वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छोह प्राप्त इतिहासक स्थान गुरुद्वारा बंगला साहब जी की यात्रा करदियां जुग जुग अटल छतर चवर तखत दे मालिक धन धन श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार, सारे उच्चारण करो जी सतनाम वाहे गुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है कि सतगुरु पटने पहुंचे ने। किसी वेले इहदा नाम बिशंबरपुर भी होएगा, पाटलीपुत्र भी होएगा। अज जिथे ये शहर बिहार की कैपिटल है, राजधानी है, उत्थे साडा ये 5 तख्तां दे विचों एक तख्त भी है, तख्त श्री हरमंदर जी। असी पटना साहब करके नाम बोलते हैं। पहला इत्थे गुरु नानक साहब आए, फिर इत्थे गुरु कलगीधर पातशाह जी का आगमन होया। एक वेला सी कि जदों साडे बजुर्ग ये धारना पढ़िया करते सी कि चलो सिंघो चल दर्शन करिए। गुरु गोबिंद सिंह आए ने, जन्म गुरां दा पटना साहिब दा आनंदपुर डेरे लाए ने। ये बड़ियां प्यार दियां साडे जिहड़े पुरातन गुरसिख सी, ये उन्हां दे हिरदे दियां बणियां होईयां धारनावां सन। भाई इदां दियां धारना वो पढ़िया करते गाया करते सन। सतगुरु जी इत्थे पहुंचे ने। इत्थे पहुंचण तो ही पहला भाई मरदाना जी ने कहना शुरू कर दिता, बाबा भुख लगी है, मैं तुर नहीं सकता, मैं भुख नाल मर रहा, मेरा शरीर निर्बल हो गया है। हौली हौली सतगुरु जी जंगल विचों 3 कोस
ਭਾਈ ਮਰਦਾਨੇ ਨੂੰ ਤੋਰ ਕੇ ਲੈ ਆਏ। ਇੱਥੇ ਪਟਨੇ ਪਹੁੰਚੇ ਨੇ। ਸਤਿਗੁਰੂ ਜੀ ਨੇ ਇਸ ਨੂੰ ਇੱਕ ਲਾਲ ਦਿੱਤਾ ਹੈ। ਸਤਿਗੁਰੂ ਕਹਿਣ ਲੱਗੇ ਪੱਲੇ ਬੰਨ੍ਹ ਲੈ, ਤੇ ਸ਼ਹਿਰ ਚਲਾ ਗਿਆ। ਇਹ ਕਹਿੰਦਾ ਜੀ ਇਸ ਪੱਥਰ ਦਾ ਮੈਂ ਕੀ ਕਰਾਂ, ਮੈਨੂੰ ਤਾਂ ਰੋਟੀ ਚਾਹੀਦੀ ਹੈ। ਅਗਰ ਇਸ ਸਾਖੀ ਦੇ ਵਿੱਚੋਂ ਇਹ ਗੱਲ ਸਾਨੂੰ ਸਮਝ ਆ ਸਕੇ ਕਿ ਹਰ ਵਕਤ ਮਨੁੱਖ ਦੀ ਲੋੜ ਇੱਕ ਵਰਗੀ ਨਹੀਂ ਹੁੰਦੀ। ਜਦੋਂ ਸਰਦੀ ਲੱਗਦੀ ਹੋਵੇ ਤੇ ਕੱਪੜੇ ਦੀ ਲੋੜ ਹੈ, ਭੁੱਖ ਲੱਗੀ ਹੋਵੇ ਤੇ ਰੋਟੀ ਦੀ ਲੋੜ ਹੈ, ਪਿਆਸ ਲੱਗੀ ਹੋਵੇ ਤੇ ਪਾਣੀ ਦੀ ਲੋੜ ਹੈ। ਮਨੁੱਖ ਨੂੰ ਪਿਆਸ ਲੱਗੀ ਹੋਵੇ, ਤੁਸੀਂ ਕਹੋ ਜੀ ਕੋਈ ਨਹੀਂ ਕੋਕਾ ਕੋਲਾ ਪੀ ਲਓ ਜੀ, ਪੈਪਸੀ ਪੀ ਲਓ ਜੀ, ਕਹੂਗਾ ਠੀਕ ਹੈ। ਫਿਰ ਉਹ ਕਵੇ ਪਿਆਸ ਲੱਗੀ, ਤੁਸੀਂ ਕਹੋ ਜੀ ਪੈਪਸੀ ਪੀ ਲਓ ਜੀ, ਉਹ ਕਹੂਗਾ ਠੀਕ ਹੈ। ਪਰ 2-4 ਵਾਰੀਆਂ ਤੋਂ ਬਾਅਦ ਕਹੂਗਾ ਭਾਜੀ ਮੈਨੂੰ ਪਾਣੀ ਚਾਹੀਦਾ ਹੈ, ਮੈਂ ਪੈਪਸੀ ਨਹੀਂ ਪੀ ਸਕਦਾ। ਹਰ ਵਕਤ ਜੀਵਨ ਦੀ ਲੋੜ ਇੱਕ ਵਰਗੀ ਨਹੀਂ ਹੁੰਦੀ। ਇਸ ਕਰਕੇ ਔਰ ਹਰ ਲੋੜ ਜਿਹੜੀ ਉਹ ਕਿਸੇ ਦੂਜੇ ਸਾਧਨ ਨਾਲ ਪੂਰੀ ਨਹੀਂ ਹੋ ਸਕਦੀ। ਜਦੋਂ ਭਾਈ ਮਰਦਾਨਾ ਜੀ ਕਹਿੰਦੇ ਨੇ ਕਿ ਬਾਬਾ ਨਿਰਬਲ ਸ਼ਰਮ ਤੇ ਕਾਇਆ ਸਗਰੀ ਕਿਉਂ ਹੂੰ ਪਹੁੰਚੈ ਹਵੈ ਢਿਗ ਨਗਰੀ, ਤੇ ਗੁਰੂ ਨਾਨਕ ਦੇ ਪਿਤਾ ਜੀ ਨੇ ਮੁਸਕਰਾ ਕੇ ਭਾਈ ਮਰਦਾਨੇ ਨੂੰ ਘੱਲਿਆ ਸੀ। ਹਾਂਜੀ, ਕਰਨਾ ਨਿਤ ਬਿਗਸੇ ਬਹੁਰ ਬੋਲੇ ਤਹਿ ਸੋ ਬੈਣ। ਸਤਿਗੁਰੂ ਕਿਰਪਾ ਦੇ ਘਰ ਵਿੱਚ ਆਏ ਤੇ ਭਾਈ ਮਰਦਾਨੇ ਦੇ ਪ੍ਰਤੀ ਇਹ ਬਚਨ, ਇਹ ਬੋਲ, ਇਹ ਬਾਣੀ ਸਤਿਗੁਰਾਂ ਨੇ ਆਪਣੇ ਮੁਖ ਤੋਂ ਉਚਾਰੀ ਸੀ। ਹਾਂਜੀ, ਨਗਰ ਵਿਖੇ ਕਵਨੋ ਅਬੈ ਖੋਜ ਜਹੋਰੀ ਐਣ। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਅਸੀਂ ਇੱਥੇ ਰੁੱਖ ਦੀ ਛਾਵੇਂ ਬੈਠਦੇ ਆ ਤੇ ਤੂੰ ਹੁਣ ਸ਼ਹਿਰ ਚਲਾ ਜਾ, ਕੋਈ ਜੌਹਰੀ ਲੱਭ, ਉੱਥੋਂ ਤੈਨੂੰ ਇਹਦੀ ਲਾਲ ਦੀ ਕੀਮਤ ਮਿਲ ਜਾਏਗੀ, ਪੈਸੇ ਮਿਲ ਜਾਣਗੇ, ਤੇ ਪੈਸੇ ਦੇ ਕੇ ਖਾਣ ਵਾਸਤੇ ਤੂੰ ਭੋਜਨ ਖਰੀਦ ਲੈਣਾ। ਵਿੱਚੋ ਜਾਏ ਤਹਾਂ ਇਹ ਲਾਲਾ ਸੁਣਤ ਸ਼ਰੋਣ ਗਵਣਿਓ ਤਤਕਾਲਾ। ਵੇਚੋ ਜਾਏ ਤਹਾਂ ਇਹ ਲਾਲਾ ਸੁਨਤ ਸਰੋਣ ਗਮਣਿਓ ਤਤਕਾਲਾ। ਜਾਓ ਮਰਦਾਨਾ ਸ਼ਹਿਰ ਚਲੇ ਜਾਓ, ਇਹ ਲਾਲ ਵੇਚ ਦਿਓ। ਇਹ ਆਦੇਸ਼ ਸੁਣ ਕੇ ਸਤਿਗੁਰੂ ਗੁਰੂ ਨਾਨਕ ਦੇ ਪਿਤਾ ਜੀ ਦੀ ਆਗਿਆ ਲੈ ਕੇ ਭਾਈ ਮਰਦਾਨਾ ਫਿਰ ਇਸ ਪਟਨੇ ਦੀ ਨਗਰੀ ਦੇ ਵਿੱਚ ਪ੍ਰਵੇਸ਼ ਕਰਦਾ ਹੈ। ਹਾਂਜੀ, ਜਾਏ ਜਹੋਰੀ ਕੋ ਦਿਖ ਰਾਇਓ ਤੀਨ ਤਾਬਰਨ ਮੋਲ ਸੁਣਾਇਓ। ਜਿਹੜਾ ਪਹਿਲਾ ਜੌਹਰੀ ਭਾਈ ਮਰਦਾਨਾ ਜੀ ਨੂੰ ਮਿਲਿਆ ਉਹ ਕਹਿਣ ਲੱਗਾ ਭਾਈ ਇਸ ਲਾਲ ਦੀ, ਇਸ ਪੱਥਰ ਦੀ ਜੋ ਕੀਮਤ ਹੈ ਉਹ ਮੇਰੇ ਕੋਲ ਤਾਂਬੇ ਦੇ 3 ਪੈਸੇ ਨੇ, ਜੇ ਕਵੇਂ ਤਾਂ ਮੈਂ ਤੈਨੂੰ ਹੁਣੇ ਨਗਦ ਦੇ ਸਕਦਾ। ਹਾਂਜੀ, ਮਰਦਾਨੇ ਮਨ ਕੀਨ ਵਿਚਾਰਾ ਲਾਲ ਮੂਲ ਨਰ ਕਹਿਤ ਅਪਾਰਾ। ਭਾਈ ਮਰਦਾਨੇ ਨੇ ਸੋਚਿਆ ਵੀ ਬਾਬੇ ਨਾਨਕ ਨੇ ਦਿੱਤਾ ਹੈ ਤੇ ਕੀਮਤੀ ਹੋਏਗਾ, ਜਿਹਨੂੰ ਮੈਂ ਵਿਖਾਇਆ ਵੀ ਹੈ ਰਸਤੇ ਵਿੱਚ, ਕਿਉਂਕਿ ਉਹ ਪੁੱਛਦਾ ਸੀ ਵੀ ਜੌਹਰੀ ਦਾ ਘਰ ਕਿੱਥੇ ਹੈ, ਜੌਹਰੀ ਦੀ ਦੁਕਾਨ ਕਿੱਥੇ ਹੈ, ਤਾਂ ਅਗਲੇ ਕਹਿੰਦੇ ਸੀ ਤੂੰ ਕੀ ਕਰਨਾ ਹੈ। ਤਾਂ ਫਿਰ ਇਹ ਉਹਨਾਂ ਨੂੰ ਵਿਖਾਉਂਦਾ ਸੀ ਵੀ ਆ ਮੇਰੇ ਕੋਲ ਇੱਕ ਲਾਲ ਹੈ ਤੇ ਮੈਂ ਵੇਚਣਾ ਚਾਹੁੰਦਾ। ਤੂੰ ਕਹਿੰਦੇ ਸੀ ਵੀ ਲਾਲ ਤੇ ਤੇਰਾ ਮਹਿੰਗਾ ਲੱਗਦਾ ਹੈ, ਪਰ ਜੌਹਰੀ ਨੇ ਕੀਮਤ ਪਾਈ ਤਾਂਬੇ ਦੇ 3 ਪੈਸੇ। ਹੁਣ ਭਾਈ ਮਰਦਾਨੇ ਦੇ ਮਨ ਵਿੱਚ ਆਈ ਵੀ ਲੋਕ ਕਹਿੰਦੇ ਨੇ ਲਾਲ ਮਹਿੰਗਾ ਹੈ ਤੇ ਮੁੱਲ ਤੇ ਇਹਦਾ ਤਾਂਬੇ ਦੇ 3 ਪੈਸੇ ਪਿਆ। ਹਾਂਜੀ, ਤਹਿ ਸੋ ਕਹਿਓ ਵਾਕ ਤਬ ਐਸੇ ਬੂਝੋ ਸੰਗੀ ਬਾਹਰ ਬੈਸੇ। ਤੈ ਸੋ ਕਹਿਓ ਵਾਕ ਤਬ ਐਸੇ ਬੂਝੋ ਸੰਗੀ ਬਾਹਰ ਬੈਸੇ।
ਭਾਈ ਮਰਦਾਨਾ ਕਹਿਣ ਲੱਗੇ ਵੀ ਸ਼ਾਹੂਕਾਰ ਜੀ, ਜੌਹਰੀ ਜੀ, ਜੇ ਤੁਸੀਂ ਆਗਿਆ ਦਿਓ ਤੇ ਮੈਂ ਆਪਣੇ ਸਾਥੀਆਂ ਨੂੰ ਪੁੱਛਾਵਾਂ, ਇੱਥੇ ਨੇੜੇ ਹੀ ਨਗਰੀ ਦੇ ਬਾਹਰ ਬੈਠੇ ਨੇ, ਕਿ ਇਸ ਲਾਲ ਦੇ 3 ਪੈਸੇ ਮਿਲਦੇ ਨੇ, ਵੇਚਾਂ ਕਿ ਨਾ ਵੇਚਾਂ। ਲੇ ਕਰ ਲਾਲ ਆਪਣੇ ਪਾਸਾ, ਆਵਾ ਜਹ ਬੈਸੇ ਸੁਖ ਰਾਸਾ। ਆਪਣਾ ਲਾਲ ਵਾਪਸ ਲੈ ਕੇ ਜੌਹਰੀ ਕੋਲੋਂ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੇ ਕੋਲ ਆ ਗਿਆ ਤੇ ਗੁਰੂ ਨਾਨਕ ਸਾਹਿਬ ਨੂੰ ਆ ਕੇ ਦੱਸਿਆ ਵੀ ਬਾਬਾ 3 ਪੈਸੇ ਤਾਂਬੇ ਦੇ ਮਿਲਦੇ ਨੇ। ਹਾਂਜੀ। ਏਕ ਜਹੁਰੀ ਪਿਖ ਕਰ ਬੋਲਾ, ਤੀਨ ਤਾਪਰਨ ਜਾਂ ਕੋ ਮੋਲਾ। ਮੈਂ ਜਿੱਥੋਂ ਤੱਕ ਫਿਰ ਕੇ ਆਇਆ, ਇੱਕ ਜੌਹਰੀ ਮੈਨੂੰ ਮਿਲਿਆ ਤੇ ਉਹਨੇ ਇਤਨੀ ਕੁ ਕੀਮਤ ਮੈਨੂੰ ਇਸ ਲਾਲ ਦੀ ਪਾਈ ਹੈ। ਹਾਂਜੀ। ਸਾਲਸ ਰਾਏ ਜਹੁਰੀ ਨਾਮੂ, ਮਰਦਾਨੇ ਜਾਵੋ ਤਹਿ ਧਾਮੂ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨਿਆ ਤੈਨੂੰ ਜੌਹਰੀ ਠੀਕ ਨਹੀਂ ਮਿਲਿਆ। ਜੌਹਰੀ ਦਾ ਨਾਮ ਹੈ ਸਾਲਸ ਰਾਏ, ਤੂੰ ਵਾਪਸ ਜਾ। ਤੇ ਸਾਲਸ ਰਾਏ ਜਿਹੜਾ ਜੌਹਰੀ ਹੈ ਉਹਨੂੰ ਲੱਭ ਕੇ ਤੂੰ ਇਹ ਲਾਲ ਵਿਖਾ, ਤੈਨੂੰ ਬਿਲਕੁਲ ਠੀਕ ਕੀਮਤ ਮਿਲੇਗੀ। ਖੋਜੇ ਪਾਏ ਦੀਜੀਐ ਇਹੀ, ਦਿਐ ਮੋਲ ਸੋ ਆਵੋ ਲੇਹੀ। ਸਤਿਗੁਰੂ ਕਹਿਣ ਲੱਗੇ, ਜਦੋਂ ਖੋਜੇਗਾ ਤੇ ਲੱਭ ਜਾਏਗਾ, ਜੇ ਮਿਲ ਗਿਆ ਤੇ ਉਹ ਕੀਮਤ ਵੀ ਦੇਗਾ, ਜੋ ਕੀਮਤ ਦੇਵੇਗਾ ਫਿਰ ਉਹ ਤੂੰ ਸਾਡੇ ਕੋਲ ਲੈ ਕੇ ਆਵੀਂ। ਸੁਨ ਕਰ ਨਗਰ ਵਿਖੇ ਪੁਨ ਗਵਣਾ, ਖੋਜਤ ਫਿਰਤ ਸ਼ਾਹ ਕੋ ਭਵਨਾ। ਹੁਣ ਇਹ ਨਗਰੀ ਦੇ ਲੋਕਾਂ ਦੇ ਕੋਲੋਂ ਨਾਂ ਲੈ ਕੇ ਪੁੱਛਦੇ, ਜਿਹਨੂੰ ਆਪਾਂ ਅੱਜ ਦੇ ਸ਼ਬਦਾਂ ਵਿੱਚ ਕਹਿੰਦੇ ਕਿ ਬਾਈ ਨੇਮ। ਇਹ ਜੌਹਰੀ ਪੁੱਛਦਾ ਵੀ ਸਾਲਸ ਰਾਏ ਕਿੱਥੇ, ਉਹਦਾ ਘਰ ਕਿੱਥੇ, ਉਹਦੀ ਹੱਟੀ ਕਿੱਥੇ ਹੈ। ਜਿਵੇਂ ਸਾਨੂੰ ਕਿਸੇ ਦਾ ਸ਼ੋਰੂਮ ਪਤਾ ਹੋਵੇ, ਸਾਨੂੰ ਕਿਸੇ ਵਪਾਰੀ ਦਾ ਨਾਂ ਪਤਾ ਹੋਵੇ ਤੇ ਲੱਭਣਾ ਸੌਖਾ ਹੋ ਜਾਂਦਾ ਹੈ। ਹੁਣ ਇਹ ਸਾਲਸ ਰਾਏ ਜੌਹਰੀ ਦਾ ਨਾਂ ਲੈ ਕੇ ਨਗਰੀ ਦੇ ਵਿੱਚੋਂ ਪੁੱਛਣਾ ਸ਼ੁਰੂ ਕੀਤਾ ਇਸਨੇ ਵੀ ਉਹਦਾ ਘਰ ਕਿੱਥੇ ਹੈ, ਉਹਦੀ ਦੁਕਾਨ ਕਿੱਥੇ ਹੈ। ਹਾਂਜੀ। ਜਬ ਕਹਿ ਨਹਿ ਤੇ ਸਦਨ ਬਤਾਇਓ, ਦਰ ਤਿਸ਼ਟਿਓ ਕੈ ਊਚ ਬੁਲਾਇਓ। ਕਿਸੇ ਨੇ ਦੱਸਿਆ ਵੀ ਸਾਲਸ ਰਾਏ ਜੌਹਰੀ ਦਾ ਘਰ ਉੱਥੇ ਹੈ। ਅੱਜ ਵੀ ਤੁਸੀਂ ਜਦੋਂ ਪੁਰਾਣੇ ਬਾਜ਼ਾਰ ਵਿੱਚ ਜਾਓਗੇ ਨਾ, ਤੇ ਇੱਕ ਤਰੀਕਾ ਬੜਾ ਪੁਰਾਣਾ ਹੈ, ਉਹ ਕੀ, ਅੱਗੇ ਦੁਕਾਨ ਪਿੱਛੇ ਮਕਾਨ, ਜਾਂ ਇਹ ਵੀ ਹੁੰਦਾ ਵੀ ਥੱਲੇ ਦੁਕਾਨ ਉੱਤੇ ਮਕਾਨ। ਤੇ ਇਹਨਾਂ ਦੋਵਾਂ ਤੋਂ ਇੱਕ ਗੱਲ ਜਿਹੜੀ ਤੀਜੀ ਲੋਕਾਂ ਨੇ ਅੱਜ ਦੀ ਤਰੀਕ ਵਿੱਚ ਜੋੜੀ, ਉਹ ਇਹ ਹੈ ਕਿ ਵੱਡੀ ਦੁਕਾਨ ਤੇ ਫੀਕਾ ਪਕਵਾਨ, ਜਾਂ ਉੱਚੀ ਦੁਕਾਨ ਫੀਕਾ ਪਕਵਾਨ। ਇਹ ਵੀ ਹੋ ਸਕਦਾ ਵੀ ਦੁਕਾਨ ਉੱਚੀ ਵੱਡੀ ਹੋਵੇ ਤੇ ਸਮਾਨ ਜਿਹੜਾ ਉਹ ਨਖਿੱਧ ਹੋਵੇ। ਪਰ ਪੁਰਾਣਾ ਤਰੀਕਾ ਇਹ ਹੀ ਹੁੰਦਾ ਸੀ ਵੀ ਅੱਗੇ ਦੁਕਾਨ ਪਿੱਛੇ ਮਕਾਨ। ਜਦੋਂ ਭਾਈ ਮਰਦਾਨਾ ਸਾਲਸ ਰਾਏ ਦੇ ਬੂਹੇ ਤੇ ਗਿਆ, ਦਰ ਤਿਸ਼ਟਿਓ, ਉਸਨੇ ਖਲੋਤਾ ਵੇਖਿਆ, ਕਹਿ ਊਚ ਬੁਲਾਇਓ। ਜਦੋਂ ਉੱਚੀ ਆਵਾਜ਼ ਦੇ ਵਿੱਚ ਬੋਲਣਾ ਕੀਤਾ। ਹਾਂਜੀ। ਸੁਨਤ ਸ਼ਾਹ ਭੇਜਿਓ ਨਿਜ ਦਾਸਾ, ਕੌਣ ਅਹੈ ਬੂਝੋਂ ਤੇ ਪਾਸਾ। ਹੁਣ ਇਹ ਇੱਕ ਪੁਰਾਣੀ ਸਾਡੀ ਇੱਕ ਪ੍ਰਪਾਟੀ ਹੈ ਕਿ ਕਿਸੇ ਦੇ ਬੂਹੇ ਤੇ ਜਾ ਕੇ ਕਹਿਣਾ ਵੀ ਅਮਕਾ ਸਿਆਂ ਘਰੇ ਹੀ ਹੈ, ਸੇਠ ਜੀ ਬੈਠੇ ਹੋ, ਜਾਂ ਬੂਹੇ ਅੱਗੇ ਖਲੋ ਕੇ ਆਵਾਜ਼ ਦੇਣੀ ਡਾਕਟਰ ਸਾਹਿਬ ਘਰੇ ਹੀ ਨੇ। ਕਿਉਂਕਿ ਲੋਕ ਅਕਸਰ ਪਹਿਲਾਂ ਵੱਡੇ ਵੱਡੇ ਸ਼ਾਪਿੰਗ ਮਾਲ ਨਹੀਂ ਸੀ ਹੁੰਦੇ, ਮਾਰਕੀਟਾਂ ਨਹੀਂ ਸੀ ਹੁੰਦੀਆਂ, ਜਾਂ ਇਉਂ ਵੀ ਕਹਿ ਲਈਏ ਕਿ ਬੰਦੇ ਦਾ ਅਜੇ ਬਹੁਤਾ ਵਪਾਰੀਕਰਨ ਹੋਇਆ ਹੀ ਨਹੀਂ ਸੀ। ਇਹ ਤੇ ਬੰਦੇ ਨੇ ਹੁਣ ਆਪਣਾ ਕਰ ਲਿਆ ਨਾ। ਹੁਣ ਤੇ ਹਾਲਾਤ ਇਹ ਵੀ ਤੁਸੀਂ ਬੱਚੇ ਨਾਲ ਵੀ ਗੱਲ ਕਰੋਗੇ, ਮੈਂ ਤੁਹਾਨੂੰ ਆਪਣੀ ਅੱਖਾਂ ਦੀ ਗੱਲ ਜਿਹੜੀ ਵੇਖੀ ਮੈਂ ਦੱਸ ਰਿਹਾ, ਇਹ ਹੈ ਫੀਨੈਕਸ ਦੀ ਗੱਲ। ਫੀਨੈਕਸ ਦੇ ਵਿੱਚ ਜਿਹੜਾ ਵੱਡਾ ਗੁਰਦੁਆਰਾ ਗੋਰਿਆਂ ਦਾ ਹੈ,
ਯੂਸ਼ ਹੈ ਜਿਹੜਾ ਸਿੱਖ ਬਣਿਆ ਹੋਇਆ ਹੈ, ਉਹਦਾ ਦੋਤਰਾ, ਉਹਦੀ ਬੇਟੀ ਦਾ ਪੁੱਤਰ, ਮੁਸ਼ਕਲ ਦੇ ਨਾਲ ਮੇਰਾ ਖਿਆਲ ਹੈ ਕਿ ਬੱਚਾ 2.5-3 ਸਾਲ ਦਾ ਹੋਏਗਾ। ਆ ਜਿੱਡਾ ਕੁ ਬੱਚਾ ਗੋਲਕ ਦੇ ਕੋਲ ਖਲੋਤਾ ਹੈ ਨਾ ਇਸ ਵੇਲੇ, ਏਡਾ ਕੁ ਬੱਚਾ, ਤੇ ਉਹ ਵਿੰਡੋ ਸਾਫ਼ ਕਰ ਰਿਹਾ ਹੈ। ਤੇ ਮੇਰੇ ਨਾਲ ਜੋਗੀ ਸਾਹਿਬ ਦੇ ਜਵਾਈ ਸੀ ਭਾਈ ਸਤਪਾਲ ਸਿੰਘ। ਹੁਣ ਉਹ ਆਪਸ ਵਿੱਚ ਇਕੱਠੇ ਰਹਿੰਦੇ ਨੇ। ਜਿਹੜਾ ਗੋਰਾ ਹੈ ਉੱਥੇ, ਉਹਦਾ ਨਾਂ ਜੋਧਾ ਸਿੰਘ ਹੈ, ਉਹਦਾ ਦੋਤਰਾ ਹੈ। ਤੇ ਭਾਈ ਸਤਪਾਲ ਸਿੰਘ ਨੇ ਉਹ ਛੋਟੇ ਜਿਹੇ ਬੱਚੇ ਨੂੰ ਬਾਈ ਨੇਮ ਬੋਲ ਕੇ ਪੁੱਛਿਆ ਵੀ ਕੀ ਕਰ ਰਿਹਾ ਹੈ। ਉਹ ਕਹਿੰਦਾ ਵਿੰਡੋ ਕਲੀਨ ਕਰ ਰਿਹਾ। ਕਹਿੰਦਾ ਵੀ ਤੂੰ ਕਿਉਂ ਕਰ ਰਿਹਾ ਹੈ? ਤੇ ਉਹਨੇ ਦੱਸਿਆ ਵੀ ਮੈਨੂੰ ਉਹਨਾਂ ਨੇ ਕਿਹਾ ਵੀ ਤੈਨੂੰ ਅਸੀਂ $2 ਪਰ ਆਵਰ ਦੇਵਾਂਗੇ। ਤੇ ਮੈਂ ਕਿਹਾ ਠੀਕ ਹੈ, ਮੈਂ ਹੀ ਕਰ ਦੇਣਾ। ਮਤਲਬ ਹੁਣ ਤੇ ਹਾਲਾਤ ਬੰਦੇ ਦੇ ਬਣ ਗਏ ਨੇ ਕਿ ਤੁਸੀਂ ਬੱਚੇ ਕੋਲੋਂ ਵੀ ਕੰਮ ਕਰਾਓਗੇ ਤਾਂ ਤੁਹਾਨੂੰ ਦੱਸ ਦੇਗਾ ਵੀ ਡੈਡੀ ਇੰਨੇ ਪੈਸੇ ਲੱਗਣਗੇ। ਪਰ ਇੱਕ ਵੇਲਾ ਸੀ ਕਿ ਲੋਕ ਪੈਸੇ ਨੂੰ ਨਹੀਂ, ਆਪਣੇ ਆਪ ਨੂੰ ਜਾਂ ਆਪਣਿਆਂ ਨੂੰ ਅਹਿਮੀਅਤ ਦਿੰਦੇ ਸੀ। ਭਾਈ ਮਰਦਾਨੇ ਨੇ ਦਰਵਾਜ਼ੇ ਤੇ ਖਲੋ ਕੇ ਆਵਾਜ਼ ਦਿੱਤੀ ਹੈ, ਸੁਨਤ ਸ਼ਾਹ ਭੇਜਿਓ ਨਿਜ ਦਾਸਾ। ਅੰਦਰੋਂ ਸਾਲਸ ਰਾਏ ਜੌਹਰੀ ਨੇ ਆਪਣਾ ਸੇਵਕ, ਆਪਣਾ ਨੌਕਰ ਦਰਵਾਜ਼ੇ ਤੇ ਭੇਜਿਆ ਵੀ ਵੇਖ ਭਾਈ ਬੂਹੇ ਤੇ ਕੋਈ ਆਇਆ ਹੈ। ਆਏ ਨਿਕਟ ਭ੍ਰਿਤ ਬਚਨ ਅਲਾਇਓ, ਕੋ ਹੈ ਤੂੰ ਕਹਤੇ ਚੱਲ ਆਇਓ। ਕੌਣ ਹੈ ਬੂਝੋ ਤੈਂ ਪਾਸਾ। ਸਾਲਸ ਰਾਏ ਜੌਹਰੀ ਨੇ ਕਿਹਾ ਵੀ ਪਤਾ ਕਰ ਕੌਣ ਹੈ, ਕਾਹਦੇ ਲਈ ਆਇਆ। ਜੇ ਆਇਆ ਹੈ ਤੇ ਕੌਣ ਆਇਆ ਹੈ। ਦੇਖੋ ਇਹ ਦੋ ਗੱਲਾਂ ਬੜੀਆਂ ਆਮ ਨੇ। ਕੋਈ ਵੀ ਬੰਦਾ ਆਇਆ ਤੇ ਉਹਦੇ ਦੋ ਗੱਲਾਂ ਤੇ ਪੁੱਛਣੀਆਂ ਚਾਹੀਦੀਆਂ ਨੇ ਵੀ ਤੁਹਾਡਾ ਨਾਂ ਕੀ ਹੈ ਤੇ ਤੁਹਾਨੂੰ ਕੰਮ ਕੀ ਹੈ। ਦੋ ਹੀ ਗੱਲਾਂ ਉਹਨੇ ਪੁੱਛੀਆਂ ਨੇ। ਆਏ ਨਿਕਟ ਭ੍ਰਿਤ ਬਚਨ ਅਲਾਇਓ। ਭ੍ਰਿਤ ਕਹਿੰਦੇ ਨੇ ਨੌਕਰ ਨੂੰ। ਸਾਲਸ ਰਾਏ ਜੌਹਰੀ ਦੇ ਨੌਕਰ ਨੇ ਆ ਕੇ ਪੁੱਛਿਆ, ਕੋ ਹੈ ਤੂੰ ਕਹਤੇ ਚੱਲ ਆਇਓ। ਤੂੰ ਕੌਣ ਹੈ ਤੇ ਕਿੱਥੋਂ ਆਇਆ। ਅੱਜ ਸਭ ਤੋਂ ਮਾੜੀ ਗੱਲ ਜਿਹੜੀ ਸਾਡੀ ਹੈ ਉਹ ਇਹ ਹੈ। ਔਰ ਇਸ ਗੱਲ ਦੇ ਵਿੱਚ ਜੇ ਸਭ ਤੋਂ ਵੱਧ ਸਫ਼ਰ ਕਰ ਰਹੇ ਨੇ ਤਾਂ ਤੁਹਾਡੇ ਬੱਚੇ ਕਰ ਰਹੇ ਨੇ। ਬੱਚੇ ਬਿਲਕੁਲ ਨਹੀਂ ਪੁੱਛਦੇ ਵੀ ਤੂੰ ਆਇਆ ਕਿੱਥੋਂ ਹੈ ਤੇ ਤੂੰ ਹੈ ਕੌਣ ਹੈ। ਨਹੀਂ ਜੀ ਬਸ ਜੀ ਮੈਨੂੰ ਚੰਗਾ ਲੱਗਾ ਜੀ ਉਹਦੇ ਨਾਲ ਹੀ ਤੁਰ ਪਏ। ਤੇ ਪਤਾ ਉਦੋਂ ਲੱਗਦਾ ਜਦੋਂ ਜ਼ਿੰਦਗੀ ਲੈਬੋਰਟਰੀ ਬਣ ਜਾਂਦੀ ਹੈ। ਇੱਕ ਨਾਲ ਤੁਰੇ ਉਹਨੂੰ ਛੱਡਿਆ, ਦੂਜੇ ਨਾਲ ਤੁਰੇ ਉਹਨੂੰ ਛੱਡਿਆ, ਤੀਜੇ ਨਾਲ ਤੁਰੇ। ਉਦੋਂ ਨੂੰ ਆਪਣੇ ਆਪ ਤੋਂ ਹੀ ਬੱਚਾ ਜਿਹੜਾ ਹੈ ਉਹ ਗਵਾਚ ਜਾਂਦਾ ਹੈ। ਤੁਹਾਨੂੰ ਪਤਾ ਹੈ ਸਭ ਤੋਂ ਮਾੜੀ ਗੱਲ ਕੀ ਹੁੰਦੀ ਜਦੋਂ ਵਿਆਹ ਹੋ ਕੇ ਟੁੱਟਦਾ ਹੈ। ਸਭ ਤੋਂ ਮਾੜਾ ਕੀ ਹੁੰਦਾ ਹੈ, ਉਹ ਰੀਝਾਂ ਕਦੇ ਬੱਚੇ ਦੇ ਵਿਆਹ ਦੀਆਂ ਜਿਹੜੀਆਂ ਮਨ ਦੇ ਵਿੱਚ ਬਚਪਨ ਤੋਂ ਹੋਣਗੀਆਂ, ਵਿਆਹ ਵੇਖਦੇ ਆ ਵੀ ਕਦੇ ਮੇਰਾ ਵੀ ਹੋਏਗਾ। ਇੱਕ ਵਾਰੀ ਵਿਆਹ ਟੁੱਟਣ ਤੋਂ ਬਾਅਦ ਉਸ ਬੱਚੇ ਨੂੰ ਦੁਬਾਰਾ ਇਹ ਕਹਿਣਾ ਕਿ ਬੱਚਾ ਵਿਆਹ ਕਰ ਲੈ, ਉਹ ਕਹਿੰਦਾ ਬਾਪੂ ਮੈਂ ਨਹੀਂ ਕਰਨਾ, ਮੈਂ ਵਿਆਹ ਵੇਖ ਲਿਆ ਹੈ। ਪਰ ਇਹ ਗੱਲਾਂ ਸਾਡੇ ਸਿਰ ਤੋਂ ਲੰਘਣ ਵਾਲਾ ਪਾਣੀ ਹੈ। ਸਾਨੂੰ ਇਹਨਾਂ ਗੱਲਾਂ ਦੀ ਕੋਈ ਕੀਮਤ ਨਹੀਂ ਹੈ। ਕਿਸੇ ਕੋ ਵਕਤ ਹੀ ਨਹੀਂ, ਨਾ ਸਮਝਣ ਦਾ, ਨਾ ਸਮਝਾਉਣ ਦਾ। ਨਾ ਹੀ ਕੋਈ ਸਕੂਲਿੰਗ ਐਸੀ ਹੈ, ਨਾ ਪੜ੍ਹਾਈ ਐਸੀ ਹੈ, ਨਾ ਟ੍ਰੇਨਿੰਗ ਐਸੀ, ਨਾ ਕੋਚਿੰਗ ਐਸੀ ਹੈ ਕਿ ਬੰਦਿਆ ਤੂੰ 60, 70, 80 ਸਾਲ ਲਈ ਇੱਥੇ ਆਇਆ ਹੈ, ਇਸ ਤੋਂ ਵੱਧ ਤੇਰਾ ਕੁਝ ਨਹੀਂ ਹੈ। ਜਿਹੜੇ ਆਪਾਂ ਰਿਸ਼ਤਿਆਂ ਦੀ ਵੀ ਗੱਲ ਕਰਦੇ ਆ, ਇਹਨਾਂ ਰਿਸ਼ਤਿਆਂ ਨਾਲ ਵੀ ਤੇਰਾ ਕੋਈ ਸੰਬੰਧ ਨਹੀਂ ਹੈ, ਪਰ ਤੂੰ ਬੜੇ ਵੱਡੇ ਖਿਲਾਰੇ ਪਾ ਕੇ ਬਹਿ ਗਿਆ। ਇਹ ਦੋ ਗੱਲਾਂ ਆਪਣੀ ਜ਼ਿੰਦਗੀ 'ਚ ਪੁੱਛਣੀਆਂ ਜ਼ਰੂਰੀ ਸਮਝ ਲਓ। ਸਾਲਸ ਰਾਏ ਜੌਹਰੀ ਦੇ ਨੌਕਰ ਨੇ ਆ ਕੇ ਪੁੱਛਿਆ, ਕੋ ਹੈ ਤੂੰ ਕਹਤੇ ਚੱਲ ਆਇਓ। ਇੱਕ ਤੇ ਤੇਰਾ ਪਿਛੋਕੜ ਕੀ ਹੈ, ਇੱਕ ਤੂੰ ਹੈ ਕੌਣ ਹੈ। ਇਹ ਪੁੱਛਣਾ ਮਾੜੀ ਗੱਲ ਹੈ ਕਿ ਤੁਸੀਂ ਕੌਣ ਹੋ ਜੀ। ਕਿਸੇ ਬਾਰੇ ਜਾਣਨਾ, ਕਿਸੇ ਬਾਰੇ ਪੁੱਛਣਾ, ਕਿਸੇ ਬਾਰੇ ਚੀਨਣਾ, ਅਗਰ ਜੇ ਥੋੜੀ ਬਹੁਤੀ ਕਿਸੇ ਦੀ ਜਾਣਕਾਰੀ ਲਈ ਜਾਵੇ ਤੇ ਇਹ ਕੋਈ ਮਾੜੀ ਗੱਲ ਨਹੀਂ ਹੈ, ਇਹ ਬਹੁਤ ਅੱਛੀ ਗੱਲ ਹੈ। ਸਾਨੂੰ ਤਾਂ ਪੁਲਿਸ ਕਹਿੰਦੀ ਸਾਡੀ ਵੀ ਘਰ ਨੌਕਰ ਰੱਖੋ,
ਤੇ ਸਾਨੂੰ ਦੱਸੋ, ਅਸੀਂ ਦੱਸਾਂਗੇ ਇਹ ਕੌਣ ਹੈ, ਇਹਦਾ ਪਿੰਡ ਕੀ ਹੈ, ਇਹਦਾ ਪਿਓ ਕੌਣ ਹੈ, ਇਹਦਾ ਪਿਛੋਕੜ ਕੀ ਹੈ। ਸ਼ਾਇਦ ਸਾਨੂੰ ਪਤਾ ਹੈ ਕਿ ਨਹੀਂ ਪਤਾ। ਜਿਹੜੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਹੈ ਨਾ, ਉਹਦੇ ਵਿੱਚੋਂ ਜੇ ਕੋਈ ਛੁੱਟੀ ਜਾਵੇ ਤੇ ਤੁਹਾਨੂੰ ਪਤਾ ਹੈ ਵਾਪਸ ਉਹਨੂੰ ਡਿਊਟੀ ਤੇ ਨਹੀਂ ਲੈਂਦੇ। ਜਦੋਂ ਆ ਕੇ ਕਹਿੰਦਾ ਵੀ ਮੈਂ ਆ ਗਿਆ, ਉਹਦੀ ਥਾਣੇ ਰਿਪੋਰਟ ਹੁੰਦੀ ਇੱਥੇ, ਇੱਥੋਂ ਫਿਰ ਹੁੰਦੀ ਉੱਥੇ ਜਿੱਥੇ ਰਹਿੰਦਾ ਹੈ। ਉਹ ਫਿਰ ਉੱਥੋਂ ਪਤਾ ਕਰਦੇ ਨੇ ਵੀ ਇੱਥੇ ਛੁੱਟੀ ਆਇਆ ਸੀ ਫਲਾਣਾ, ਕਹਿੰਦੇ ਜੀ ਆਇਆ ਸੀ। ਉਹ ਕਿਹਨੂੰ ਮਿਲਿਆ ਸੀ, ਕਿੱਥੇ ਕਿੱਥੇ ਗਿਆ ਸੀ। ਉਹ ਫਿਰ ਪਿੱਛੋਂ ਪਤਾ ਕਰਦੇ ਨੇ ਵੀ ਇਹਦੇ ਕਿਸੇ ਐਸੇ ਲੋਕਾਂ ਨਾਲ ਬਹਿਣ ਉੱਠਣ ਮਿਲਣ ਵਰਤਨ ਦੇ ਕੋਈ ਸਬੂਤ ਤਾਂ ਨਹੀਂ ਹੈਗੇ ਜਿਹੜੇ ਬੰਦੇ ਨਾ ਠੀਕ ਹੋਣ। ਕਿਉਂਕਿ ਇੱਕ ਗੱਲ ਤਾਂ ਮੰਨੀ ਗਈ ਹੈ ਕਿ ਬੰਦਾ ਆਪਣੇ ਆਪ ਦੇ ਵਿੱਚ ਕੁਝ ਵੀ ਨਹੀਂ ਹੈ। ਮਤ ਸੋਚੋ ਤੁਸੀਂ ਆਪਣੇ ਆਪ ਦੇ ਵਿੱਚ ਕੁਝ ਹੈਗੇ ਹੋ। ਬੰਦਾ ਸਭ ਕੁਝ ਆਪਣੀ ਸੁਸਾਇਟੀ ਤੇ ਨਿਰਭਰ ਕਰਦਾ ਹੈ। ਜੇ ਚੰਗਿਆਂ ਵਿੱਚ ਰਹੋਗੇ ਤੇ ਚੰਗੇ ਹੋ, ਮਾੜਿਆਂ 'ਚ ਰਹੋਗੇ ਤੇ ਮਾੜੇ, ਜਾਂ ਤੇ ਹੈਗੇ ਹੋ ਨਹੀਂ ਤੇ ਹੋ ਜਾਓਗੇ। ਤੇ ਜੇ ਹੈਗੇ ਵੀ ਨਹੀਂ ਹੋ ਤੇ ਹੋਵੋਗੇ ਵੀ ਨਹੀਂ, ਤੇ ਜਾਂ ਤੇ ਇੱਕ ਦਿਨ ਤੁਸੀਂ ਸੁਸਾਇਟੀ ਛੱਡ ਦਿਓਗੇ, ਨਹੀਂ ਤਾਂ ਅਗਲੇ ਤੁਹਾਨੂੰ ਕੱਢ ਕੇ ਬਾਹਰ ਸੁੱਟ ਦੇਣਗੇ। ਉਹ ਕੱਢ ਕੇ ਚੱਲ ਬਈ ਤੂੰ ਸਾਡੇ ਕੰਮ ਦਾ ਹੀ ਨਹੀਂ ਹੈਗਾ। ਚੰਗਿਆਂ ਦੇ ਵਿੱਚ ਮਾੜਾ ਬੰਦਾ ਨਹੀਂ ਰਹਿ ਸਕਦਾ, ਮਾੜੇ ਬੰਦਿਆਂ ਵਿੱਚ ਚੰਗਾ ਵੀ ਨਹੀਂ ਰਹਿ ਸਕਦਾ। ਸਾਲਸ ਰਾਏ ਜੌਹਰੀ ਦੇ ਨੌਕਰ ਨੇ ਆ ਕੇ ਪੁੱਛਿਆ ਵੀ ਤੂੰ ਹੈ ਕੌਣ ਹੈ। ਪਹਿਲੀ ਗੱਲ, ਆਇਆ ਕਿੱਥੋਂ ਹੈ। ਦੂਜੀ ਗੱਲ, ਤਿਹ ਸੋ ਮਰਦਾਨੇ ਬਚ ਭਾਖਾ, ਸੌਦੇ ਵੇਚਣ ਕੀ ਅਬ ਲਾਖਾ। ਭਾਈ ਮਰਦਾਨੇ ਨੇ ਦੱਸਿਆ ਜੀ ਮੈਂ ਸੌਦਾ ਵੇਚਣ ਵਾਸਤੇ ਆਇਆ, ਕੋਈ ਚੀਜ਼ ਹੈ ਜਿਹੜੀ ਮੈਂ ਵੇਚਣੀ ਚਾਹੁੰਦਾ। ਹਾਂਜੀ। ਅਸ ਕਹਿ ਅੰਤਰ ਸਦਨ ਸਿਧਾਇਓ, ਦੇਹ ਸ਼ਾਹ ਕੋ ਲਾਲ ਦਿਖਾਇਓ। ਤਾਂ ਸ਼ਾਹੂਕਾਰ ਨੇ ਅੰਦਰ ਸੱਦ ਲਿਆ। ਭਾਈ ਮਰਦਾਨੇ ਨੇ ਜਾ ਕੇ ਜਿਹੜਾ ਕੀਮਤੀ ਲਾਲ ਸੀ ਉਹ ਸਾਲਸ ਰਾਏ ਜੌਹਰੀ ਨੂੰ ਦਿੱਤਾ ਹੈ। ਹੁਣ ਜੌਹਰੀ ਵੇਖਦਾ ਉਸ ਨੂੰ। ਨੈਣ ਬਿਲੋਕਤ ਮਨ ਬਿਸਮਾਨਾ, ਪਠ ਅਛਰ ਤਹਿ ਪਰ ਪਹਿਚਾਨਾ। ਜੌਹਰੀ ਸਾਲਸ ਰਾਏ ਜਿਹੜਾ ਸੀ ਉਹ ਕੀਮਤੀ ਲਾਲ ਵੇਖ ਕੇ ਖੁਸ਼ ਹੋ ਗਿਆ। ਉਹਨੇ ਉਸ ਲਾਲ ਦੇ ਉੱਪਰ ਕੁਝ ਅੱਖਰ ਪੜ੍ਹੇ ਨੇ, ਜਾਂ ਤੇ ਉਹਨੂੰ ਇਕੱਲੇ ਨੂੰ ਹੀ ਨਜ਼ਰ ਆਏ ਨੇ, ਜਾਂ ਹੋ ਸਕਦਾ ਉਹਦੀ ਪੜ੍ਹਾਈ ਇੰਨੀ ਹੋਵੇ, ਉਹਦਾ ਗਿਆਨ ਇੰਨਾ ਹੋਵੇ। ਜਿਵੇਂ ਅੱਜ ਵੀ ਤੁਸੀਂ ਜਦੋਂ ਕੋਈ ਕੀਮਤੀ ਚੀਜ਼ ਦੇਣ ਵੇਚਣ ਜਾਂਦੇ ਹੋ, ਖਾਸ ਕਰਕੇ ਸੋਨਾ ਹੀ ਹੈ, ਅਗਲੇ ਪਹਿਲਾਂ ਪੁੱਛਦੇ ਨੇ ਕਿਹਦੇ ਤੇ ਹੌਲਮਾਰਕ ਦਾ ਉਹ ਲੱਗਾ ਹੋਇਆ, ਸਟੈਂਪ ਲੱਗੀ ਹੈ। ਜੇ ਲੱਗੀ ਹੈ ਤੇ ਬਹੁਤੇ ਨੱਕ ਵੱਟਣ ਦੀ ਸੁਨਿਆਰੇ ਨੂੰ ਲੋੜ ਨਹੀਂ ਪੈਂਦੀ। ਨਹੀਂ ਤਾਂ ਤੁਹਾਡੀ ਚੀਜ਼ ਨੂੰ ਐਂ ਵੇਖੇਗਾ ਵੀ ਜਿਵੇਂ ਤੁਸੀਂ ਗਲਤ ਆਦਮੀ ਹੋ ਤੇ ਮਾਲ ਤੁਹਾਡਾ ਬਿਲਕੁਲ ਹੀ ਖੋਟਾ ਹੈ। ਪਹਿਲੀ ਨਜ਼ਰ ਜਿਹੜੀ ਉਹਦੀ ਇਦਾਂ ਹੀ ਹੁੰਦੀ ਹੈ। ਔਰ ਤੁਸੀਂ ਕੀ ਸੋਚਦੇ ਵੀ ਇਹ ਗਲਤ ਹੈ? ਬਿਲਕੁਲ ਗਲਤ ਨਹੀਂ। ਮੈਂ ਤਾਂ ਕਹਿੰਦਾ ਤੁਸੀਂ ਕਿਸੇ ਨੂੰ ਵੀ ਮਿਲੋ ਤੇ ਪਹਿਲਾਂ ਮਿਲਣਾ ਹੀ ਇਦਾਂ ਚਾਹੀਦਾ। ਪਰ ਸਾਡੀ ਹਾਲਤ ਤੇ ਉਹ ਇਸ ਬੱਸ ਤੇ ਚੜੀ ਇੱਕ ਬੇਬੇ ਵਾਲੀ ਹੈ ਵੀ ਜਿਹੜਾ ਮਿਲਿਆ ਉਹਨੂੰ ਹੀ ਭਤੀਜਾ ਬਣਾ ਲਿਆ। ਤੇ ਪਤਾ ਉਦੋਂ ਲੱਗਦਾ ਜਦੋਂ ਨਾ ਭਤੀਜਾ ਲੱਭਦਾ ਨਾ ਭੂਆ ਦਾ ਝੋਲਾ ਲੱਭਦਾ। ਉਹ ਝੋਲਾ ਲੈ ਕੇ ਗਾਂ ਜਾਂਦਾ। ਬਿਨਾਂ ਜਾਣਨ ਤੋਂ, ਬਿਨਾਂ ਸਮਝਣ ਤੋਂ ਸਾਨੂੰ ਕੁਛ ਨਹੀਂ ਕਰਨਾ ਚਾਹੀਦਾ। ਇਹ ਗੁਰਬਾਣੀ ਦਾ ਫੈਸਲਾ ਹੈ। ਇਹ ਮਤ ਸੋਚਣਾ ਵੀ ਇੰਟੈਲੀਜੈਂਸੀਆਂ ਦਾ ਫੈਸਲਾ ਹੈ ਜੀ, ਇਹ ਨਵੇਂ ਕਾਨੂੰਨ ਬਣੇ ਨੇ ਉਹਨਾਂ ਦਾ ਫੈਸਲਾ ਹੈ। ਨਹੀਂ, ਇਹ ਤਾਂ ਸਤਿਗੁਰੂ ਨੇ ਬਾਣੀ 'ਚ ਲਿਖਿਆ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ। ਇੱਕ ਬੜੀ ਹਿਸਟੋਰੀਕਲ ਗੱਲ ਕਿ ਭਾਈ ਕਾਹਨ ਸਿੰਘ ਨਾਭਾ ਨੂੰ ਨਨਕਾਣਾ ਸਾਹਿਬ ਸਨਮਾਨ ਦਿੱਤਾ ਗਿਆ। ਇਤਿਹਾਸਕ ਗੱਲ ਹੈ, ਕੋਈ ਜੋਕ ਨਹੀਂ ਹੈ। ਤੇ ਕਹਿੰਦੇ ਉਹਨਾਂ ਦੀ ਜਿਹੜੀ ਪੰਜਾਬੀ ਸੀ ਉਹ ਮਿਕਸ ਸੀ ਹਿੰਦੀ ਦੇ ਨਾਲ। ਇਹ ਗੱਲ ਮੈਨੂੰ ਪ੍ਰਿੰਸੀਪਲ ਜਸਵੰਤ ਸਿੰਘ ਫੁੱਲ ਹੋਰਾਂ ਨੇ ਸੁਣਾਈ ਸੀ। ਬੜਾ ਲੰਬਾ ਸਮਾਂ ਪ੍ਰੀਤਮਪੁਰੇ ਖਾਲਸਾ ਕਾਲਜ ਦੇ ਉਹ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਦੇ ਪ੍ਰਿੰਸੀਪਲ ਰਹੇ।
ਕਹਿੰਦੇ ਜਦੋਂ ਉਹਨਾਂ ਨੂੰ ਸਨਮਾਨ ਦਿੱਤਾ ਤੇ ਉਹਨਾਂ ਨੇ ਸਰੋਪਾ ਵੀ ਲੈ ਲਿਆ, ਕਿਰਪਾਨ ਵੀ ਲੈ ਲਈ, ਤੇ ਜਦੋਂ ਦਸਤਾਰ ਦਿੱਤੀ ਕਹਿੰਦੇ ਇਹ ਨਹੀਂ ਲੈਣੀ, ਇਹ ਨਹੀਂ ਚਾਹੀਏ। ਉਹ ਕਹਿੰਦੇ ਕਿਉਂ? ਕਹਿੰਦਾ ਤੁਹਾਡਾ ਕੀ ਪਤਾ ਕਦੋਂ ਲਾ ਲੋਗੇ। ਕਹਿੰਦਾ ਕਿਰਪਾਨ ਠੀਕ ਹੈ, ਇੰਨੀ ਕਿ ਮੇਰੇ 'ਚ ਹਿੰਮਤ ਹੈ ਵੀ ਮੈਂ ਤੁਹਾਨੂੰ ਖੋਣ ਨਹੀਂ ਦਿੰਦਾ ਮੁੜ ਕੇ। ਕਹਿੰਦਾ ਪੱਗ ਦਾ ਕੀ ਪਤਾ ਤੁਸੀਂ ਕਦੋਂ ਲਾ ਲਓ। ਕਹਿੰਦਾ ਇਸ ਕਰਕੇ ਦਿਓ ਹੀ ਨਾ, ਰਹਿਣ ਦਿਓ, ਮੈਨੂੰ ਨਹੀਂ ਚਾਹੀਦੀ। ਅਕਲੀ ਪਾਈਏ ਮਾਨ, ਕੋਈ ਤੁਹਾਨੂੰ ਇੱਜ਼ਤ ਵੀ ਦਵੇ ਤੇ ਸੋਚੋ ਮੈਨੂੰ ਲੈਣੀ ਚਾਹੀਦੀ ਹੈ। ਕੋਈ ਆ ਕੇ ਤੁਹਾਨੂੰ ਕਵੇ ਜੀ ਮੈਂ ਤੁਹਾਨੂੰ ਆਪਣਾ ਤਾਇਆ ਮੰਨਦਾ ਜੀ, ਮੈਂ ਤੁਹਾਨੂੰ ਆਪਣਾ ਬੌਸ ਮੰਨਦਾ ਜੀ, ਮੈਂ ਤੁਹਾਨੂੰ ਆਪਣਾ ਸਭ ਕੁਝ ਮੰਨਦਾ ਜੀ, ਤੇ ਮਤ ਸੋਚਣਾ ਵੀ ਇਹੀ ਸ਼ਰੀਫ ਆਦਮੀ ਮਹੱਲੇ 'ਚ ਆਇਆ ਪਹਿਲੀ ਵਾਰੀ। ਸਾਲਸ ਰਾਏ ਜੌਹਰੀ ਨੇ ਉਸ ਲਾਲ ਦੇ ਉੱਪਰ ਕੁਝ ਲਿਖਿਆ ਹੋਇਆ ਪੜ੍ਹਿਆ। ਜਿਹੜਾ ਪਹਿਲਾ ਜੌਹਰੀ ਸੀ ਸ਼ਾਇਦ ਉਹਨੂੰ ਇੰਨੀ ਨੌਲੇਜ ਹੀ ਨਹੀਂ ਹੋਏਗੀ, ਗਿਆਨ ਹੀ ਨਹੀਂ ਹੋਏਗਾ, ਇਸੇ ਕਰਕੇ ਉਹਨੇ 3 ਤਾਂਬੇ ਦੇ ਪੈਸੇ ਕੀਮਤ ਪਾਈ ਹੈ। ਇਸ ਜੌਹਰੀ ਨੇ ਉਸ ਲਾਲ ਨੂੰ ਪਕੜ ਕੇ ਉਹਦੇ ਤੇ ਪੜਨਾ ਕੀਤਾ ਹੈ। ਹਾਂਜੀ, ਧਰਮਵੰਤ ਸੋ ਸ਼ਾਹ ਸੁਜਾਨਾ, ਘਰ ਵਿਚਾਰ ਉਰ ਬਚਨ ਬਖਾਨਾ। ਉਹ ਜਿਹੜਾ ਸ਼ਾਹੂਕਾਰ ਸੀ ਅਸਲ ਵਿੱਚ ਉਹ ਧਰਮੀ ਸੀ। ਵੇਖੋ ਧਰਮੀ ਬੰਦੇ ਦੀ ਨਿਸ਼ਾਨੀ ਕੀ ਹੈ। ਧਰਮੀ ਬੰਦਾ ਜਿਹੜਾ ਹੈ ਨਾ, ਇਹ ਸਤਿਗੁਰੂ ਦੀ ਬਾਣੀ 'ਚ ਲਿਖਿਆ ਹੈ, ਨਾ ਉਹ ਮਰੇ, ਕਰੋ ਕਿਰਪਾ, ਨਾ ਉਹ ਮਰੇ ਨਾ ਠਾਗੇ, ਜਾਹੇ ਜਿਨ ਕੇ ਰਾਮ ਵਸੈ ਮਨ ਮਾਹੇ। ਉਹ ਠੱਗੇ ਵੀ ਨਹੀਂ ਜਾਂਦੇ ਤੇ ਉਹ ਕਿਸੇ ਨੂੰ ਠੱਗਦੇ ਵੀ ਨਹੀਂ। ਜਿਹੜਾ ਜੈਸੇ ਕੋ ਤੈਸਾ ਹੈ ਨਾ, ਇਹ ਸਾਡੇ ਤੇ ਲਾਗੂ ਹੁੰਦਾ ਹੈ। ਤੁਸੀਂ ਠੱਗੀਆਂ ਮਾਰੋਗੇ, ਤੁਹਾਨੂੰ ਇੱਕ ਨਾ ਇੱਕ ਦਿਨ ਠੱਗ ਚੰਗਾ ਟੱਕਰੇਗਾ। ਤੁਸੀਂ ਕਿਸੇ ਨਾਲ ਠੱਗੀ ਨਹੀਂ ਕਰਦੇ, ਤੁਹਾਡੇ ਨਾਲ ਠੱਗੀ ਨਹੀਂ ਹੋਏਗੀ। ਇਹ ਤਾਂ ਆਪੇ ਬੀਜ ਆਪੇ ਹੀ ਖਾਦਾ, ਇਹ ਬਹੁਤ ਪਵਿੱਤਰ ਪਾਠ ਹੈ। ਧਰਮੀ ਸ਼ਾਹੂਕਾਰ ਸੀ, ਕਰ ਵਿਚਾਰ ਔਰ ਬਚਨ ਬਖਾਨਾ। ਲਾਲ ਵੇਖਿਆ, ਲਾਲ ਦੇ ਉੱਤੇ ਲਿਖਿਆ ਪੜ੍ਹਿਆ। ਅੱਜ ਦਾ ਵਪਾਰੀ ਹੁੰਦਾ ਤੇ ਲਾਲ ਵੇਖ ਕੇ ਫਿਰ ਲਿਆਉਣ ਵਾਲੇ ਦੇ ਕੱਪੜੇ ਵੇਖਦਾ ਤੇ ਹੌਲੀ ਹੌਲੀ ਉਹਨੂੰ ਵਰਗਲਾ ਲੈਂਦਾ ਵੀ ਲੈ ਕੇ ਕਿੱਥੋਂ ਆਏ ਆ। ਨਹੀਂ, ਉਹਨੇ ਮੁੜ ਕੇ ਇਸ ਪਾਸੇ ਨਹੀਂ ਗਿਆ। ਉਹਨੇ ਆਪਣਾ ਧਰਮ ਜਿਹੜਾ ਸੀ ਉਹਦੀ ਵਿਚਾਰ ਕੀਤੀ ਕਿ ਇਹਦੇ ਪ੍ਰਤੀ ਮੇਰਾ ਧਰਮ ਕੀ ਕਹਿੰਦਾ ਹੈ, ਮੇਰੇ ਫਰਜ਼ ਕੀ ਕਹਿੰਦੇ ਨੇ, ਮੇਰੇ ਪ੍ਰਿੰਸੀਪਲ ਇਹਦੇ ਪ੍ਰਤੀ ਕੀ ਕਹਿੰਦੇ ਨੇ। ਹਾਂਜੀ, ਸਹਸ ਰਜਤ ਪਾਣ ਲਿਖੇ ਹੈ, ਜੋ ਦੇਖੈ ਸੋ ਦੇ। ਉਹਦੇ ਤੇ ਲਿਖਿਆ ਸੀ ਕਿ ਇਹ ਲਾਲ ਇੰਨਾ ਕੀਮਤੀ ਹੈ, ਜਿਹੜਾ ਵਿਅਕਤੀ ਇਸ ਲਾਲ ਦੇ ਦਰਸ਼ਨ ਕਰੇ ਉਹ 100 ਰਜਤ ਪਣ ਦਵੇ, ਦਰਸ਼ਨ ਭੇਟ। ਉਹ ਲਾਲ ਦੇ ਉੱਤੇ ਲਿਖਿਆ ਸੀ ਕਿ ਮੇਰੀ ਇੰਨੀ ਅਹਿਮੀਅਤ ਹੈ, ਮੇਰੀ ਇੰਨੀ ਕੀਮਤ ਹੈ ਕਿ ਜੇ ਕੋਈ ਮੇਰੇ ਦਰਸ਼ਨ ਵੀ ਕਰੇ ਤੇ ਉਹਨੂੰ 100 ਰੁਪਈਆ ਜਿਹੜਾ ਹੈ ਉਹ ਮੇਰੇ ਦਰਸ਼ਨਾਂ ਦੀ ਕੀਮਤ ਦੇਣੀ ਚਾਹੀਦੀ, ਭੇਟਾ ਦੇਣੀ ਚਾਹੀਦੀ ਹੈ। ਮੂਲ ਕਰੋ ਪਸਚਾਤ ਇਹ ਪੂਰਬ ਸਤ ਤੁਮ ਲੇ। ਸਾਲਸ ਰਾਏ ਜੌਹਰੀ ਨੇ 100 ਰੁਪਈਆ ਕੱਢਿਆ, ਮਰਦਾਨੇ ਦੇ ਹੱਥ ਤੇ ਰੱਖਿਆ, ਕਹਿਣ ਲੱਗਾ ਭਾਈ ਆਹ ਤੇ ਹੈ ਇਹਦੀ ਦਰਸ਼ਨ ਭੇਟ, ਇਹਦੇ ਵੇਖਣ ਦੀ ਕੀਮਤ। ਰਹੀ ਗੱਲ ਵੇਚਣ ਦੀ, ਹੁਣ ਤੂੰ ਦੱਸ ਇਹਦੇ ਪੈਸੇ ਕਿੰਨੇ ਲੈਣੇ ਨੇ। ਵੇਚੇ ਤੇ ਮੈਂ ਤੈਨੂੰ ਇਹਦੇ 1000 ਰੁਪਈਏ ਵੀ ਦੇ ਸਕਦਾ, ਇਹਦੇ 1000 ਰੁਪਈਏ ਮੈਂ ਤੈਨੂੰ ਦੇ ਸਕਦਾ ਜੇ ਤੂੰ ਵੇਚਣਾ ਚਾਹੁੰਦਾ ਹੈ। ਪਰ ਰਹੀ ਗੱਲ ਜੇ ਤੂੰ ਨਹੀਂ ਵੀ ਵੇਚਣਾ ਤੇ 100 ਰੁਪਈਏ ਦੀ ਦਰਸ਼ਨ ਭੇਟ ਹੈ, ਆ ਲਵੋ। ਉਹਨੇ ਭਾਈ ਮਰਦਾਨੇ ਨੂੰ 100 ਰੁਪਈਆ ਦੇ ਦਿੱਤਾ। ਮਰਦਾਨਾ ਸਤ ਲੇਹਰ ਖਾਇਓ, ਝਲ ਕਰ ਵਹਿਰ ਨਗਰ ਪੁਨ ਆਇਓ। ਭਾਈ ਮਰਦਾਨੇ ਨੇ 100 ਰੁਪਈਆ ਲਿਆ ਤੇ ਵਾਪਸ ਉੱਥੇ ਆ ਗਿਆ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਸਨ। ਹਾਂਜੀ, ਭਿਖ ਕਰ ਸ਼੍ਰੀ ਗੁਰ ਬਚਨ ਬਖਾਨਾ, ਕਿਤਕ ਮੋਲ ਆਨਿਓ ਮਰਦਾਨਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਸੁਣਾ ਮਰਦਾਨਿਆ, ਸਾਲਸ ਰਾਏ ਜੌਹਰੀ ਨੇ ਕੀ ਮੁੱਲ ਪਾਇਆ, ਕੀ ਕੀਮਤ ਦਿੱਤੀ ਤੈਨੂੰ, ਕਿੰਨੇ ਪੈਸੇ ਵਟੇ ਬਈ ਤੂੰ ਲਾਲ ਵੇਚ ਕੇ।
ਹਾਂਜੀ। ਨਿਕਟ ਬੈਠ ਬਿਰਤੰਤ ਸੁਣਾਵਾ, ਵੱਡੋ ਸ਼ਾਹ ਜਿਹ ਭਲੋ ਸੁਹਾਵਾ। ਨਿਕਟ ਬੈਠ ਬਰਤੰਤ ਸੁਣਾਵਾ, ਕੋਲ ਬਹਿ ਗਿਆ ਤੇ ਹੁਣ ਉਹਨੇ ਸਾਰੀ ਗੱਲ ਸੁਣਾਈ ਵੀ ਕਿਵੇਂ ਮੈਨੂੰ ਘਰ ਲੱਭਿਆ, ਕਿਵੇਂ ਮੈਂ ਆਵਾਜ਼ ਦਿੱਤੀ, ਮੈਂ ਅੰਦਰ ਗਿਆ ਤੇ ਉਹਨੇ ਮੈਨੂੰ ਇਸ ਤਰ੍ਹਾਂ 100 ਰੁਪਈਆ ਦਿੱਤਾ। ਵੱਡੋ ਸ਼ਾਹ ਜੇ ਭਲੋ ਸੁਭਾਵਾ, ਉਹਨੇ ਵੀ ਦੱਸਿਆ ਜੀ ਵੱਡਾ ਸ਼ਾਹੂਕਾਰ ਹੈ, ਸੁਭਾਅ ਬੜਾ ਚੰਗਾ ਹੈ, ਬੜੇ ਸ਼ੁਭ ਗੁਣਾਂ ਦਾ ਮਾਲਕ ਹੈ। ਹਾਂਜੀ। ਸਹਿਸ ਕਾਰਖਿਕ ਦੇ ਦਿਖਾਈ, ਬੂਝਣ ਮੋਲ ਆਇਓ ਤੁਮ ਆਈ। ਸਹਿਸ ਕਾਰਖਿਕ ਦਏ ਦਿਖਾਈ, ਬੂਝਨ ਮੋਲ ਆਇਓ ਤੁਮ ਤਾਈ। ਕਹਿੰਦਾ ਬਾਬਾ 100 ਰੁਪਈਆ ਤੇ ਉਹਨੇ ਦਰਸ਼ਨ ਭੇਟ ਹੀ ਦੇ ਦਿੱਤੀ ਹੈ, ਤੇ ਮੈਂ ਹੁਣ ਤੁਹਾਨੂੰ ਦੱਸਣ ਵਾਸਤੇ ਆਇਆ ਵੀ ਉਹਨੇ ਅਜੇ ਮੁੱਲ ਨਹੀਂ ਖਰੀਦਿਆ। ਉਹ ਕਹਿੰਦਾ ਵੀ ਜੇ ਵੇਚਣਾ ਹੈ ਤੇ ਇਹਦੇ ਹਜ਼ਾਰਾਂ ਰੁਪਏ ਵੀ ਦੇ ਦਿਆਂਗਾ ਮੈਂ, ਪਰ ਦਰਸ਼ਨ ਭੇਟ ਤੂੰ ਲੈ ਜਾ। ਤੇ ਜਾ ਆਪਣੇ ਸਾਥੀਆਂ ਨੂੰ ਪੁੱਛਿਆ ਜੇ ਵੇਚਣਾ ਹੈ ਤੇ ਮੈਂ ਖਰੀਦਣ ਲਈ ਤਿਆਰ ਹਾਂ। ਹਾਂਜੀ। ਜਿਤਨੋ ਲੈਨੋ ਦੇਹੋ ਸੁਣਾਈ, ਤਿਤਨੋ ਆਨੋ ਬਿਲਮ ਨ ਕਾਈ। ਤੇ ਦੱਸੋ ਬਾਬਾ ਫਿਰ ਆਪਾਂ ਕਿੰਨੇ ਦਾ ਵੇਚਣਾ ਹੈ? ਤੇ ਉਹ ਕਹਿੰਦਾ ਸੀ ਵੀ ਜੋ ਮੁੱਲ ਮੰਗੋਗੇ ਮੈਂ ਦੇ ਦਿਆਂਗਾ, ਤੁਸੀਂ ਹੁਕਮ ਕਰੋ, ਮੈਂ ਹੁਣੇ ਪੈਸੇ ਲੈ ਕੇ ਆਉਣਾ। ਸ਼੍ਰੀ ਗੁਰ ਕਹਿ ਜਾਓ ਢਿਗ ਸ਼ਾਹੂ, ਕਸ ਧਨ ਦੀਨੋ ਬੂਝੋ ਤਾਹੂ। ਤੇ ਸਤਿਗੁਰੂ ਕਹਿਣ ਲੱਗੇ ਨਹੀਂ ਮਰਦਾਨਿਆ, ਤੂੰ ਵਾਪਸ ਜਾ ਕੇ ਉਹਨੂੰ ਪੁੱਛ ਵੀ ਉਹ ਕੀ ਦਿੰਦਾ ਹੈ, ਅਸੀਂ ਕੀ ਮੰਗਦੇ ਆ ਇਹ ਵੱਖਰੀ ਗੱਲ ਹੈ। ਉਹ ਇਹਦਾ ਕੀ ਮੁੱਲ ਪਾਉਂਦਾ ਹੈ, ਉਹਦੀ ਨਜ਼ਰ ਵਿੱਚ ਇਹਦੀ ਕੀ ਕੀਮਤ ਹੈ, ਜਾਂ ਬਾਜ਼ਾਰ ਦੇ ਵਿੱਚ ਇਹਦਾ ਕੀ ਭਾਅ ਹੈ, ਜਾਂ ਤੂੰ ਸਾਲਸਰਾਏ ਨੂੰ ਹੀ ਪੁੱਛ ਕੇ ਆ। ਹਾਂਜੀ। ਪੁੰਨਪੁਰ ਬੂਝਿਓ ਆਣ ਕੈ, ਕੈਸੈ ਦੀਨੇ ਦਾਮ। ਫਿਰ ਭਾਈ ਮਰਦਾਨਾ ਗਿਆ, ਫਿਰ ਜਾ ਕੇ ਪੁੱਛਿਆ ਵੀ ਸੇਠ ਜੀ ਤੁਸੀਂ ਕੀ ਦਿਓਗੇ, ਜੇ ਅਸੀਂ ਦੇ ਦਈਏ ਤੁਹਾਨੂੰ ਤੇ ਇਹਦੀ ਕੀ ਕੀਮਤ ਪਾਓਗੇ ਤੁਸੀਂ? ਹਾਂਜੀ। ਸੁਨਤ ਸ਼ਾਹ ਨੇ ਤਬ ਕਹਾ, ਮਿਜਮਾਨੀ ਇਹੋ ਨਾਮ। ਅੱਗੋਂ ਜਿਹੜਾ ਸੇਠ ਸੀ ਉਹ ਕਹਿੰਦਾ ਜੀ ਕੀਮਤ ਇਹਦੀ ਕੋਈ ਹੈ ਹੀ ਨਹੀਂ, ਇਹਦੀ ਜਿਹੜੀ ਮੇਜ਼ਬਾਨੀ ਉਹ 100 ਰੁਪਈਆ ਹੈ, ਇਹਦੀ ਦਰਸ਼ਨ ਭੇਟ 100 ਰੁਪਈਆ ਹੈ, ਇਹਦੇ ਵੇਖਣ ਦਾ ਜਿਹੜੀ ਭੇਟ ਹੈ ਉਹ 100 ਰੁਪਈਆ ਹੈ, ਇਹ ਤੇ ਮੈਨੂੰ ਪਤਾ ਹੈ। ਪਰ ਰਹੀ ਗੱਲ ਇਹ ਹੈ ਹੀ ਇੰਨਾ ਕੀਮਤੀ ਵੀ ਇਹਦਾ ਬਾਜ਼ਾਰ ਦੇ ਵਿੱਚ ਬੋਲੀ ਕੋਈ ਨਹੀਂ ਹੈ। ਆਪ ਜੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੀਆਂ ਚੀਜ਼ਾਂ ਬਾਜ਼ਾਰ ਵਿੱਚ ਬੇਸ਼ਕੀਮਤੀ ਹੁੰਦੀਆਂ ਨੇ ਉਹਨਾਂ ਦੀ ਕੀਮਤ ਨਹੀਂ ਹੁੰਦੀ। ਜਿਵੇਂ ਤੁਸੀਂ ਕਿਸੇ ਕਲੋਨੀ 'ਚ ਗਏ, ਤੁਸੀਂ ਕਹੇ ਜੀ ਇੱਥੇ ਕੋਠੀ ਕਿੰਨੇ ਦੀ ਹੈ, ਤੇ ਅਗਲੇ ਨੇ ਕੀ ਪਤਾ ਕੀ ਕਿਹਾ, ਕਹਿੰਦਾ ਇੱਥੇ ਵਿਕਾਊ ਕੋਈ ਨਹੀਂ। ਫਿਰ ਵੀ ਉਹ ਕਹਿੰਦਾ ਭਰਾ ਜੀ ਫਿਰ ਵੀ ਤੇ ਤਾਂ ਹੋਵੇ ਜੇ ਕਦੇ ਵਿਕੀ ਹੋਵੇ ਤਾਂ। ਫਿਰ ਤਾਂ ਆਪਾਂ ਕਹੀਏ ਵੀ 2 ਮਹੀਨੇ ਪਹਿਲਾਂ ਜੀ ਆ 4 ਕਰੋੜ ਦੀ ਵਿਕੀ ਹੈ ਜੀ, 6 ਮਹੀਨੇ ਪਹਿਲਾਂ ਜੀ ਉਹ 2 ਕਰੋੜ ਦੀ ਵਿਕੀ। ਉਹ ਕਹਿੰਦਾ ਵੀ ਇੱਥੇ ਹੈ ਹੀ ਨਹੀਂ। ਜਦੋਂ ਬਾਜ਼ਾਰ ਵਿੱਚ ਕੋਈ ਚੀਜ਼ ਵਿਕਾਊ ਨਾ ਹੋਵੇ ਤੇ ਉਹ ਚੀਜ਼ ਬੇਸ਼ਕੀਮਤੀ ਹੁੰਦੀ ਹੈ। ਉਹ ਕਹਿਣ ਲੱਗਾ ਵੀ ਦਰਸ਼ਨ ਭੇਟ 100 ਰੁਪਈਆ ਹੈ। ਰਹੀ ਗੱਲ ਬਾਜ਼ਾਰ ਵਿੱਚ, ਕਹਿੰਦਾ ਇਹਦੇ ਨਾਲ ਦਾ ਲਾਲ ਹੀ ਹੈ ਨਹੀਂ ਕਿਸੇ ਕੋਲੇ, ਇਸ ਕਰਕੇ ਇਹਦੀ ਕੀਮਤ ਦੱਸੀ ਬੋਲੀ ਜਾ ਹੀ ਨਹੀਂ ਸਕਦੀ। ਹਾਂਜੀ। ਐਸੇ ਲਿਖਿਓ ਲਾਲ ਪਰ ਤੇਈ, ਸਹਿਸ ਰਜਤ ਪਨ ਦੇਖੈ ਦੇਈ। ਇਸੇ ਕਰਕੇ ਜਿਹੜਾ ਕੋਹੇ ਨੂਰ ਹੀਰਾ ਹੈ ਉਹਦੀ ਬਾਜ਼ਾਰ ਦੇ ਵਿੱਚ ਕੀਮਤ ਕੋਈ ਨਹੀਂ ਹੈ। ਉਹ ਤੇ ਤੁਹਾਡੇ ਮੇਰੇ ਵਰਗੇ ਉਦਾਂ ਹੀ ਮੁੱਲ ਪਾਉਂਦੇ ਰਹਿੰਦੇ ਨੇ ਵੀ ਹੁਣ ਇੰਨੇ ਕੁ ਦਾ ਹੋ ਗਿਆ ਜੀ, ਹੁਣ ਇੰਨੇ ਕੁ ਦਾ ਹੋ ਗਿਆ ਜੀ। ਜਾਂ ਤੇ ਉਹਦੇ ਵਰਗੇ ਹੋਰ ਹੀਰੇ ਹੋਣ, ਉਹ ਵਿਕਦੇ ਹੋਣ, ਫਿਰ ਆਪਾਂ ਕਹਿ ਸਕਦੇ ਹਾਂ ਕਿ ਅੱਗੇ ਇੱਕ ਕੋਹੇ ਨੂਰ ਹੀਰਾ ਰੂਸ ਵਿੱਚ ਇੰਨੇ ਦਾ ਵਿਕਿਆ ਜੀ, ਅਮਰੀਕਾ 'ਚ ਇੰਨੇ ਦਾ ਵਿਕਿਆ ਜੀ, ਇੱਕੋ ਹੀ ਹੈ ਤੇ ਉਹ ਵੀ ਇੰਗਲੈਂਡ ਵਿੱਚ ਹੈ। ਹੁਣ ਕੋਈ ਬਾਜ਼ਾਰ ਵਿੱਚ ਜਾਵੇ ਤੇ ਚੀਜ਼ ਦਾ ਪਤਾ ਲੱਗੇ ਨਾ ਵੀ ਉਹ ਕਿੰਨੇ ਦੀ ਵਿਕਦੀ ਹੈ। ਤੋ ਜਿਹੜਾ ਸਾਲਸਰਾਏ ਜੋਰੀ ਹੈ, ਐਸੇ ਲਿਖਿਓ ਲਾਲ ਪਰ ਤੇਈ, ਸਹਿਸ ਰਜਤ ਪਨ ਦੇਖੇ ਦੇਈ। ਜਾ ਭਾਈ ਮਰਦਾਨਿਆ, ਜੋ ਲਿਖਿਆ ਸੀ ਮੈਂ ਦੇ ਦਿੱਤਾ। 100 ਰੁਪਈਆ ਦਰਸ਼ਨਾਂ ਦੀ ਕੀਮਤ ਲਿਖੀ ਹੈ, ਉਹ ਮੈਂ ਕੀਮਤ ਤੁਹਾਨੂੰ ਦੇ ਦਿੱਤੀ ਹੈ। ਹਾਂਜੀ। ਕੀਮਤ ਔਰ ਕਹੈ ਸੋ ਦੇਉ,
ਲਾਲ ਮੋਲ ਤੁਮ ਦੇ ਕਰ ਲਿਓ। ਹਾਂ, ਰਹੀ ਗੱਲ ਲਾਲ ਰੱਖਣ ਦੀ, ਕਹਿੰਦਾ ਮੈਂ ਇਦਾਂ ਰੱਖ ਵੀ ਨਹੀਂ ਸਕਦਾ, ਇਹ ਤੁਹਾਡੀ ਅਮਾਨਤ ਹੈ, ਮੈਂ ਨਹੀਂ ਰੱਖ ਸਕਦਾ। ਅੱਜ ਤੇ ਹਾਲਾਤ ਇਹ ਨੇ ਨਾ ਵੀ ਜਿਹਦਾ ਮਾਲ ਰੱਖਿਆ ਜਾਂਦਾ ਉਹਦੇ ਰੱਖ ਲਓ। ਮੈਂ ਅੱਗੇ ਵੀ ਕਈ ਵਾਰੀ ਗੱਲ ਸੁਣਾਈ, ਮੇਰਾ ਇੱਕ ਦੋਸਤ ਹੁੰਦਾ ਸੀ, ਉਹਨੇ ਕਨੈਕਟਰ ਸੀਗਾ, ਉਹਨੇ ਟਿਕਟ, ਹਰ ਟਿਕਟ ਦੇ ਪਿੱਛੇ ਬਕਾਇਆ ਜ਼ਰੂਰ ਲਿਖਣਾ ਵੀ ਜਿਵੇਂ ਕਿਸੇ ਨੇ 10 ਰੁਪਏ ਦਿੱਤੇ ਟਿਕਟ ਲਈ, 9 ਰੁਪਏ ਦੀ ਟਿਕਟ, ਉਹ ਰੁਪਈਆ ਨਹੀਂ ਮੋੜਨਾ। ਜੇ ਕਿਸੇ ਨੇ 10 ਰੁਪਏ ਦਿੱਤੇ ਟਿਕਟ 6 ਰੁਪਏ ਦੀ ਹੈ ਤੇ ਉਹਨੇ ਮਗਰ 4 ਰੁਪਏ ਬਕਾਇਆ ਲਿਖ ਦੇਣਾ। ਮੈਂ ਉਹਨੂੰ ਪੁੱਛਣਾ ਵੀ ਇਹ ਕੀ ਹੈ, ਕਹਿੰਦਾ ਕੋਈ ਤੇ ਛੱਡ ਕੇ ਜਾਏਗਾ, ਕਹਿੰਦਾ ਜਿਹੜਾ ਮੰਗੇਗਾ ਉਹਨੂੰ ਦੇ ਦਿਆਂਗਾ। ਤੇ ਗੱਲ ਤੇ ਠੀਕ ਹੈ। ਕਈ ਵਾਰੀ ਕੀ ਹੁੰਦਾ ਵੀ ਜਦੋਂ ਅਸੀਂ ਬੱਸ ਅੱਡੇ 'ਚ ਵੜਨ ਲੱਗਦੇ ਹਾਂ, ਸਾਡੀ ਬੱਸ ਵੜਦੀ ਹੈ ਤੇ ਜਿੱਧਰ ਅਸੀਂ ਜਾਣਾ ਹੁੰਦਾ ਉਧਰ ਦੀ ਦੂਜੀ ਬੱਸ ਅੰਦਰੋਂ ਬਾਹਰ ਨਿਕਲ ਰਹੀ ਹੁੰਦੀ ਹੈ, ਤੇ ਹੁਣ ਇੱਕ ਕੰਮ ਹੀ ਹੋ ਸਕਦਾ, ਜਾਂ ਬਕਾਇਆ ਲੈ ਲਓ ਜਾਂ ਬੱਸ ਲੈ ਲਓ। ਉਹ ਬੰਦਾ ਕਹਿੰਦਾ ਛੱਡੋ ਪਰਾਂ, 2 ਰੁਪਏ ਕੀ ਕਰਨੇ, ਬੱਸ ਲੈਂਦੇ ਆ। ਕਈ ਬੰਦੇ ਇਦਾਂ ਦੇ ਵੀ ਹੁੰਦੇ ਨੇ ਵੀ ਉਹਨਾਂ ਨੇ ਐਸਾ ਟਿਕਟ ਅਪਣਾਇਆ ਹੁੰਦਾ ਵੀ ਰਾਤ ਨੂੰ 20, 25, 30 ਰੁਪਏ ਬਣਾ ਲੈਣੇ। ਉਹ ਇਹਨੂੰ ਆਪਣੀ ਦਸਾਂ ਨੌਆਂ ਦੀ ਕਿਰਤ ਸਮਝਦੇ ਨੇ। ਕਹਿੰਦੇ ਜੀ ਅਗਲਾ ਛੱਡ ਗਿਆ, ਮੈਂ ਕੀ ਕਰਾਂ। ਵੀ ਜਦੋਂ ਰਾਹ ਹੀ ਉਹ ਕੱਢ ਲਿਆ ਵੀ ਛਡਾਉਣੇ ਹੀ ਛਡਾਉਣੇ ਨੇ, ਤੇ ਫਿਰ ਅਗਲਾ ਵੀ ਕੀ ਕਰ ਸਕਦਾ। ਧਰਮ ਇਹ ਕਹਿੰਦਾ ਕਿ ਨਹੀਂ, ਇਮਾਨਦਾਰੀ ਤੁਹਾਡਾ ਫਰਜ਼ ਹੈ, ਇਮਾਨਦਾਰੀ ਅਗਲੇ ਦੀ ਡਿਊਟੀ ਨਹੀਂ ਹੈ, ਤੁਹਾਡੀ ਡਿਊਟੀ ਹੈ। ਜੌਹਰੀ ਕਹਿਣ ਲੱਗਾ ਜੀ 100 ਰੁਪਏ ਇਹਦੀ ਦਰਸ਼ਨ ਭੇਟ ਮੈਂ ਦੇ ਦਿੱਤੀ ਹੈ, ਰਹੀ ਗੱਲ ਰੱਖਣ ਦੀ, ਨਹੀਂ, ਇਹ ਤੁਹਾਡੀ ਅਮਾਨਤ ਹੈ। ਰੱਖਾਂਗਾ ਤਾਂ ਜੇ ਤੁਸੀਂ ਇਹਦੀ ਕੀਮਤ ਮੇਰੇ ਤੋਂ ਲਵੋਗੇ ਤਾਂ। ਕੀਮਤ ਕਿਹੜੀ, ਕਹਿੰਦਾ ਤੁਸੀਂ ਦੱਸੋ, ਜੋ ਕਹੋਗੇ ਦੇ ਦਿਆਂਗਾ, ਜੋ ਮੂੰਹ ਬੋਲੋਗੇ ਦੇ ਦਿਆਂਗਾ। ਹਾਂਜੀ। ਸੁਨ ਕਰ ਪੁਨ ਆਵਾ ਮਰਦਾਨਾ, ਸ਼ਾਹ ਬਚਨ ਗੁਰ ਪਾਸ ਬਖਾਨਾ। ਭਾਈ ਮਰਦਾਨਾ ਫਿਰ ਵਾਪਸ ਆ ਗਿਆ, ਕਹਿੰਦਾ ਬਾਬਾ ਉਹ ਤੇ ਮੁੱਲ ਪਾਉਂਦਾ ਹੀ ਨਹੀਂ, ਉਹ ਤਾਂ ਕਹਿੰਦਾ ਮੁੱਲ ਤੁਸੀਂ ਪਾਓ, ਪੈਸੇ ਮੈਂ ਦੇਣਾ, ਦੱਸੋ ਕੀ ਮੰਗਦੇ ਕੀ ਹੋ। ਉਹ ਤੇ ਕਹਿੰਦਾ ਵੀ ਇਹਦੀ ਬਾਜ਼ਾਰ ਵਿੱਚ ਕੋਈ ਕੀਮਤ ਨਹੀਂ ਹੈ, ਪਰ ਮੈਂ ਗਾਹਕ ਜ਼ਰੂਰ ਹੈਗਾ, ਮੈਂ ਖਰੀਦਣਾ ਚਾਹੁੰਦਾ, ਤੁਸੀਂ ਦੱਸੋ ਜਿੰਨੇ ਦਾ ਵੇਚੋਗੇ ਮੈਂ ਲੈ ਲਾਂਗਾ। ਹਾਂਜੀ। ਇਹੋ ਧਨ ਦੀਨੋ ਤਿਨ ਮੇਜਮਾਨੀ, ਕੀਮਤ ਅਵਰ ਦੇਣ ਨਿਜ ਮਾਨੀ। 100 ਰੁਪਈਆ ਵੀ ਉਹਨੇ ਵਾਪਸ ਨਹੀਂ ਲਿਆ। ਉਹ ਕਹਿੰਦਾ ਇਹ ਤੇ ਦੀ ਮੇਜ਼ਬਾਨੀ ਹੈ, ਦਰਸ਼ਨ ਭੇਟ ਹੈ, ਹੋਰ ਕੀਮਤ ਵੀ ਉਹਨੇ ਨਹੀਂ ਦਿੱਤੀ। ਉਹ ਕਹਿੰਦਾ ਜੀ ਜੋ ਮੰਗੋਗੇ ਉਹ ਦਿਆਂਗਾ। ਹਾਂਜੀ। ਗੁਰੂ ਕਹੈ ਵੇਚੋ ਕਹਿ ਨਾਹੀ, ਲਾਲ ਬੇਕੀਮਤ ਲੱਖ ਮਨ ਮਾਹੀ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਰਦਾਨਿਆਂ ਵੇਖ ਲਾ, ਲਾਲ ਕੀਮਤੀ ਹੈ। ਹੁਣ ਤਾਂ ਤੈਨੂੰ ਸਮਝ ਆ ਗਈ ਹੈ ਕਿ ਜਿਹਦੀ ਦਰਸ਼ਨ ਭੇਟ ਹੀ 100 ਰੁਪਈਆ, ਵੀ ਹੁਣ ਤੂੰ ਵੇਚਣਾ ਚਾਹੁੰਦਾ ਹੈ ਕਿ ਨਹੀਂ ਵੇਚਣਾ ਚਾਹੁੰਦਾ। ਸਤਿਗੁਰੂ ਕਹਿਣ ਲੱਗੇ ਮਰਦਾਨਿਆਂ ਕੀਮਤ ਪਤਾ ਲੱਗ ਗਈ, ਕਹਿੰਦਾ ਬਾਬਾ ਲੱਗ ਗਈ। ਸਤਿਗੁਰੂ ਕਹਿੰਦੇ ਵੇਖ ਲੈ, ਰੱਖਣਾ ਹੀ ਤੇ ਰੱਖ ਲੈ, ਵੇਚਣਾ ਹੀ ਤੇ ਵੇਚ ਲੈ, ਹੁਣ ਤੇਰੇ ਤੇ ਨਿਰਭਰ ਹੈ। ਜੇ ਰੱਖਣਾ ਚਾਹੁੰਦਾ ਹੈ ਤੇ ਤੂੰ ਰੱਖ ਵੀ ਸਕਦਾ ਹੈ। ਹਾਂਜੀ। ਕਿਆ ਜਾਨੋ ਮੈਂ ਕਹਿ ਮਰਦਾਨਾ, ਕਰੋ ਆਪ ਜਿਉ ਸ਼ੁਭ ਮਨ ਜਾਨਾ। ਮਰਦਾਨਾ ਕਹਿੰਦਾ ਜੀ ਮੈਨੂੰ ਤਾਂ ਕੋਈ ਪਤਾ ਹੀ ਨਹੀਂ, ਸਮਝ ਹੀ ਕੋਈ ਨਹੀਂ, ਮੈਂ ਕੀ ਕਰਾਂਗਾ। ਤੁਸੀਂ ਮੈਨੂੰ ਕਹੋ ਰੱਖਣਾ ਹੈ ਤੇ ਮੈਂ ਰੱਖ ਲੈਣਾ, ਜੇ ਕਹੋ ਤੇ ਵੇਚਣਾ ਤੇ ਮੈਂ ਵੇਚ ਦੇਣਾ। ਵੀ ਮੈਨੂੰ ਇਹਦੇ ਬਾਰੇ ਕੋਈ ਬਹੁਤਾ ਪਤਾ ਨਹੀਂ ਵੀ ਰੱਖਣ 'ਚ ਫਾਇਦਾ ਹੈ ਕਿ ਵੇਚਣ 'ਚ ਫਾਇਦਾ ਹੈ। ਕਈ ਵਾਰੀ ਇਦਾਂ ਵੀ ਹੁੰਦਾ ਹੈ, ਕਿਸੇ ਚੀਜ਼ ਦੀ ਕਿਤੇ ਕੀਮਤ ਮਿਲਦੀ, ਮੁੜ ਕੇ ਨਹੀਂ ਵੀ ਮਿਲਦੀ। ਔਰ ਇਹ ਲਾਭ ਹਾਨ ਵੀ ਜਿਹੜਾ ਹੈ ਨਾ, ਇਹ ਤੁਹਾਡੀ ਕਿਸਮਤ ਤੇ ਨਿਰਭਰ ਕਰਦਾ ਹੈ। ਕਈ ਵਾਰੀ ਤੁਹਾਨੂੰ ਬਹੁਤ ਵੱਡਾ ਕੋਈ ਮਿਲ ਜਾਂਦਾ ਹੈ ਬੰਦਾ ਪੈਸੇ ਦੇਣ ਵਾਲਾ, ਉਦੋਂ ਅਸੀਂ ਸੋਚਦੇ ਵੀ ਹੋਰ ਮਹਿੰਗਾ ਵੇਚ ਲਾਂਗੇ। ਕਈ ਵਾਰੀ ਮੁੜ ਕੇ ਬੰਦਾ ਉੱਦਾਂ ਦਾ ਮਿਲਦਾ ਹੀ ਨਹੀਂ, ਆਪਾਂ ਨੂੰ ਵਪਾਰੀ ਨਹੀਂ ਉੱਦਾਂ ਦਾ ਮਿਲਦਾ। ਮਰਦਾਨਾ ਕਹਿਣ ਲੱਗਾ ਬਾਬਾ ਮੈਨੂੰ ਨਹੀਂ ਪਤਾ, ਮੈਨੂੰ ਤਾਂ ਜਿਵੇਂ ਤੁਸੀਂ ਕਹੋ ਮੈਂ ਉਵੇਂ ਕਰ ਲੈਣਾ। ਹਾਂਜੀ। ਸ਼੍ਰੀ ਗੁਰ ਕਹੈ ਨਾ ਲਾਲ ਇਹ, ਲਖੋ ਨਾਮ ਕਰਤਾਰ। ਸਤਿਗੁਰੂ ਕਹਿਣ ਲੱਗੇ ਮਰਦਾਨਿਆਂ ਅਸਲ ਵਿੱਚ ਇਹ ਲਾਲ ਹੈ ਹੀ ਨਹੀਂ। ਇਹ ਲਾਲ ਹੈ ਹੀ ਨਹੀਂ, ਅਸਲ ਵਿੱਚ ਇਹ ਰੱਬ ਦਾ ਨਾਂ ਹੈ। ਤੁਸੀਂ ਵੇਖਦੇ ਹੋ ਤੇ ਤੁਹਾਨੂੰ ਲਾਲ ਨਜ਼ਰ ਆਉਂਦਾ ਹੈ,
ਅਸਲ ਵਿੱਚ ਇਹ ਪਰਮੇਸ਼ਰ ਦਾ ਨਾਮ ਹੈ, ਇਹਦੀ ਕੀਮਤ ਹੀ ਨਹੀਂ ਦੁਨੀਆ ਦੇ ਵਿੱਚ ਕੋਈ। ਇਸ ਕਰਕੇ ਸ਼੍ਰੀ ਗੁਰ ਕਹੇ ਨਾ ਲਾਲ ਇਹ ਲਖੋ ਨਾਮ ਕਰਤਾਰ, ਇਹ ਤੇ ਰੱਬ ਦਾ ਕਰਤਾਰ ਦਾ ਨਾਮ ਲਿਖਿਆ ਹੋਇਆ ਇਹਦੇ ਤੇ। ਇਹ ਤੇ ਰੱਬ ਦੀ ਭਗਤੀ ਹੈ, ਬੰਦਗੀ ਹੈ, ਇਹ ਰੱਬ ਦਾ ਨਾਮ ਹੈ। ਚਾਹੋ ਰਾਖੋ ਪਾਸ ਨਿਜ, ਚਾਹੋ ਕਰ ਬਿਵਹਾਰ। ਹੁਣ ਤੂੰ ਵੇਖ ਮਰਦਾਨਿਆ, ਕਰਤਾਰ ਦੇ ਨਾਮ ਦਾ ਵਣਜ ਕਰਨਾ ਹੈ, ਵਪਾਰ ਕਰਨਾ ਹੈ, ਕਿ ਕਰਤਾਰ ਦੇ ਨਾਮ ਨੂੰ ਆਪਣੇ ਪੱਲੇ ਬੰਨ੍ਹ ਕੇ ਰੱਖਣਾ ਹੈ। ਹਾਂਜੀ। ਸ਼੍ਰੀ ਪ੍ਰਭ ਜੀ ਮੈਂ ਵੇਚਤ ਨਾਹੀ, ਜੋ ਸੁਖ ਦਾ ਜੁਗ ਲੋਕਣ ਮਾਹੀ। ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਮੈਂ ਨਹੀਂ ਵੇਚਦਾ, ਮੈਂ ਰੱਖ ਲੈਣਾ। ਜੇ ਇਹ ਸੱਚ ਹੈ ਵੀ ਇਹ ਲਾਲ ਜਿਹੜਾ ਹੈ ਇਹ ਦੋ ਲੋਕਾਂ ਵਿੱਚ ਸੁੱਖ ਦੇਵੇਗਾ, ਇਹ ਕਰਤਾਰ ਦਾ ਨਾਮ ਹੈ, ਤੇ ਮੈਂ ਬਿਲਕੁਲ ਨਹੀਂ ਵੇਚਾਂਗਾ, ਇਸ ਨੂੰ ਮੈਂ ਆਪਣੇ ਕੋਲ ਰੱਖਾਂਗਾ। ਵੇਚਤ ਨਹੀਂ ਜੈ ਮੋਹਰੋ ਦਾਮੂ, ਲੀਜੈ ਲਾਲ ਜਾਏ ਤਹਿ ਧਾਮੂ। ਵੇਚਤ ਨਹੀਂ ਜੇ ਮੋਰੋਂ ਦਾਮੂ, ਲੀਜੈ ਲਾਲ ਜਾਏ ਤੇ ਧਾਮੂ। ਕਹਿਣ ਲੱਗਾ ਜੀ ਫਿਰ ਮੈਂ ਵਾਪਸ ਜਾ ਕੇ ਤੇ ਉਹਦੇ 100 ਰੁਪਈਆ ਮੋੜ ਆਉਣਾ, ਵੀ ਜਦੋਂ ਵੇਚਣਾ ਹੀ ਨਹੀਂ ਤੇ ਫਿਰ ਦਰਸ਼ਨ ਭੇਟ ਵੀ ਕਾਹਦੀ ਲੈਣੀ ਉਹਦੇ ਕੋਲੋਂ। ਲੀਜੈ ਲਾਲ ਜਾਏ ਤੇ ਧਾਮੂ, ਤੇ ਮੈਂ ਲਾਲ ਲੈ ਆਵਾਂ ਉਹਦੇ ਘਰੋਂ। ਫਿਰ ਮੈਂ ਜਾਣਾ, ਦੁਬਾਰਾ ਜਾਣਾ ਮੈਂ ਸਾਲਸਰਾਏ ਜੌਹਰੀ ਦੇ ਘਰ। ਹਾਂਜੀ। ਸੁਨ ਕਹਿ ਪੁਨ ਪੁਰ ਫੇਰਨ ਗਇਓ, ਸਭ ਹੀ ਦਰਬ ਸ਼ਾਹ ਕੋ ਦਇਓ। ਭਾਈ ਮਰਦਾਨਾ ਵਾਪਸ ਗਿਆ, ਜਾ ਕੇ 100 ਰੁਪਈਆ ਵਾਪਸ ਕਰ ਦਿੱਤਾ ਕਿ ਅਸੀਂ ਵੇਚਣਾ ਕੋਈ ਨਹੀਂ, ਤੇ ਜੇ ਵੇਚਣਾ ਨਹੀਂ ਤੇ ਫਿਰ ਇਹਦੀ ਦਰਸ਼ਨ ਭੇਟ ਵੀ ਅਸੀਂ ਨਹੀਂ ਰੱਖਣੀ। ਹੁਣ ਤੁਸੀਂ ਵੇਖੋ ਵੀ ਸਮਾਂ ਕਿੰਨਾ ਚੰਗਾ ਹੈ। ਇਸ ਕਥਾ ਦੇ ਵਿੱਚੋਂ ਇੱਕ ਗੱਲ ਦਾ ਜ਼ਰੂਰ ਧਿਆਨ ਕਰਨਾ, ਰਾਖਸ਼ ਨੇ ਬਿਲਕੁਲ ਨਹੀਂ ਕਿਹਾ ਮੈਂ ਰਾਖਸ਼ ਨਹੀਂ ਹੈਗਾ। ਅੱਗੇ ਠੱਗ ਆਉਣਗੇ, ਉਹ ਵੀ ਕਹੂਗਾ ਜੀ ਮੈਂ ਠੱਗ ਹਾਂ। ਇਸ ਕਥਾ 'ਚੋਂ ਇੱਕ ਚੀਜ਼ ਜਿਹੜੀ ਵੱਡੀ ਮਿਲਦੀ ਇਹ ਹੈ ਕਿ ਉਦੋਂ ਲੋਕ ਸੱਚ ਬੋਲਦੇ ਸੀ, ਤੇ ਹੁਣ ਤੁਸੀਂ ਯਕੀਨ ਕਰਨਾ ਇੱਥੇ ਗੁਰਦੁਆਰੇ ਖਲੋ ਕੇ ਲੋਕ ਝੂਠ ਬੋਲੀ ਜਾਂਦੇ। ਮੈਂ ਫਿਰ ਕਹਿਣਾ ਨਾ ਵੀ ਤੁਹਾਨੂੰ ਜਾਮਾ ਮਸਜਿਦ ਲੈ ਕੇ ਚੱਲੀਏ, ਸ਼ਾਇਦ ਉੱਥੇ ਜਾ ਕੇ ਸੱਚ ਬੋਲ ਦਿਓ ਤੁਸੀਂ। ਨਹੀਂ ਤੇ ਮੈਂ ਆਪਣੇ ਘਰਾਂ ਦੇ ਉਹ ਬਜ਼ੁਰਗ ਵੇਖੇ ਨੇ ਜਿਹੜੇ ਸ਼ਾਮੀ 5 ਵਜੇ ਸ਼ਰਾਬ ਪੀਣ ਲੱਗ ਜਾਂਦੇ ਸੀ, ਪਰ ਜੇ ਉਹਨਾਂ ਨੂੰ ਕੋਈ ਕਹਿੰਦਾ ਸੀ ਨਾ ਵੀ ਗੁਰਦੁਆਰੇ ਦੇ ਸਾਹਮਣੇ ਖਲੋ ਕੇ ਝੂਠ ਬੋਲਦੇ ਹੋ ਬਾਹਰ, ਕਹਿੰਦੇ ਸੀ ਨਾ। ਮਤਲਬ ਮੈਂ ਜਿਸ ਵਾਤਾਵਰਨ 'ਚ ਪਲਿਆ, ਉਹ ਕਹਿੰਦੇ ਹੁੰਦੇ ਸੀ ਪੁੱਤਰ ਸਹੁੰ ਸੱਚੀ ਵੀ ਮਾੜੀ ਤੇ ਝੂਠੀ ਵੀ ਮਾੜੀ, ਵੀ ਸਹੁੰ ਨਹੀਂ ਚੁੱਕਣੀ, ਉਹਦੀ ਕੀਮਤ ਦੇਣੀ ਪਵੇ ਤੇ ਦੇ ਦਿਓ। ਤੇ ਹੁਣ ਤੇ ਆਪਾਂ ਹਰ ਗੱਲ ਧਰਮ ਨਾਲ, ਨੇਮ ਨਾਲ, ਟੱਚ ਵੁੱਡ, ਪਤਾ ਨਹੀਂ ਕਿਹੜੇ ਕਿਹੜੇ ਸ਼ਬਦ ਲੈ ਆਉਂਦੇ ਨੇ। ਅਸੀਂ ਮੇਰੇ ਖਿਆਲ ਇੰਨੇ ਤੇ ਅਸੀਂ ਫਰੂਟ ਦੀਆਂ ਫਾੜੀਆਂ ਨਹੀਂ ਖਾਂਦੇ ਜਿੰਨੀਆਂ ਕਿ ਸਵੇਰ ਤੋਂ ਸ਼ਾਮ ਤੱਕ ਸੋਹਾਂ ਖਾ ਜਾਂਦੇ ਅਸੀਂ। ਇੱਕ ਵਕਤ ਸੀ ਅੰਗੂਠਾ ਲਾ ਕੇ ਲੋਕ ਕਰਜ਼ਾ ਲੈ ਲੈਂਦੇ ਸੀ। ਅੱਜ ਤੁਸੀਂ 10 ਉਂਗਲਾਂ ਦੀਆਂ ਉਹ ਮਤਲਬ ਕਾਗਜ਼ ਦੇ ਉੱਪਰ 10 ਉਂਗਲਾਂ ਦੇ ਫਿੰਗਰਪ੍ਰਿੰਟ ਦੇ ਦਿਓ ਤਾਂ ਵੀ ਅਗਲਾ ਤੁਹਾਨੂੰ ਪੈਸੇ ਨਹੀਂ ਦਿੰਦਾ। ਇੰਨੀ ਬੇਵਿਸ਼ਵਾਸੀ ਬੰਦੇ ਨੇ ਪੈਦਾ ਕਰ ਲਈ ਹੈ। ਨਹੀਂ ਤਾਂ ਅਗਲੇ ਕਹਿੰਦੇ ਸੀ ਆ ਵੇਖੋ ਤੁਹਾਡਾ ਅੰਗੂਠਾ ਲੱਗਾ ਹੈ। ਹੁਣ ਤੇ ਲੋਕ ਸਿਗਨੇਚਰ ਕਰਕੇ ਮੁੱਕਰ ਜਾਂਦੇ ਨੇ, ਸਾਈਨ ਕਰਕੇ ਮੁੱਕਰ ਜਾਂਦੇ ਨੇ, ਕਹਿੰਦੇ ਜੀ ਮੇਰੇ ਹੈ ਹੀ ਨਹੀਂ। ਗੱਲ ਕਰਕੇ ਮੁੱਕਰ ਜਾਂਦੇ ਨੇ, ਕਹਿੰਦੇ ਮੈਂ ਕੀਤੀ ਨਹੀਂ। ਹੁਣ ਦੱਸੋ ਕੀ ਹੋਏਗਾ ਫਿਰ। ਪਰ ਇੱਕ ਵੇਲਾ ਸੀ, ਔਰ ਇਹ ਸਤਿਗੁਰੂ ਦੀ ਬਾਣੀ 'ਚ ਲਿਖਿਆ ਹੈ, ਬਚਨ ਕਰੇ ਅਰ ਖਿਸਕ ਜਾਏ ਸੋਈ ਨਰ ਕੱਚਾ। ਉਹ ਤਾਂ ਝੂਠਾ ਬੰਦਾ ਜਿਹੜਾ ਗੱਲ ਕਰਕੇ ਮੁੱਕਰ ਜਾਂਦਾ। ਜੇ ਤੁਸੀਂ ਗੱਲ ਕਰਦੇ ਹੋ ਤੇ ਤੁਹਾਨੂੰ ਉਸ ਆਪਣੀ ਗੱਲ ਦੇ ਉੱਪਰ ਫਿਰ ਖਲੋਣਾ ਚਾਹੀਦਾ, ਉਹਦੇ ਤੇ ਸਟੈਂਡ ਕਰਨਾ ਚਾਹੀਦਾ, ਉਸ ਆਪਣੇ ਕੌਲ, ਉਸ ਆਪਣੇ ਬਚਨ ਨੂੰ ਕਮਾਉਣਾ ਚਾਹੀਦਾ, ਪੂਰਾ ਕਰਨਾ ਚਾਹੀਦਾ। ਇਹੀ ਸਭ ਤੋਂ ਵੱਡੀ ਮਨੁੱਖ ਦੀ ਕੀਮਤ ਹੈ ਭਾਈ। ਲਾਲ ਹਮਾਰਾ ਫੇਰੋ ਸੋ
ਵੇਚਤ ਨਹਿ ਇਹ ਖਾਵਦ ਜੋ। ਭਾਈ ਮਰਦਾਨਾ ਕਹਿਣ ਲੱਗਾ ਜੀ ਲਾਲ ਵਾਪਸ ਕਰ ਦਿਓ, 100 ਰੁਪਈਆ ਆਪਣਾ ਲੈ ਲਿਓ, ਤੇ ਮੇਰਾ ਖਾਵੰਦ ਮੇਰਾ ਮਾਲਕ ਜਿਹੜਾ ਉਹ ਕਹਿੰਦਾ ਵੀ ਨਹੀਂ ਹੁਣ ਨਹੀਂ ਵੇਚਣਾ, ਵੀ ਇੰਨੇ ਪੈਸੇ ਸਾਨੂੰ ਲੋੜ ਹੀ ਨਹੀਂ ਜਿੰਨੇ ਦੇ ਮਿਲਣੇ ਨੇ, ਤਾਂ ਅਸੀਂ ਵੇਚਣਾ ਕਾਹਦੇ ਲਈ ਹੈ। ਹਾਂਜੀ। ਕਹਿਤ ਸ਼ਾਹ ਸਭ ਧਨ ਪੀ ਲੀਜੈ, ਲਾਲ ਲਿਹੋ ਜਿਉ ਮਨ ਤਿਉ ਤੇ ਕੀਜੈ। ਜੌਹਰੀ ਨੇ ਕੀ ਕੀਤਾ ਵੀ ਲਾਲ ਵੀ ਦੇ ਦਿੱਤਾ ਤੇ ਪੈਸੇ ਵੀ ਦੇ ਦਿੱਤੇ। ਉਹ ਕਹਿਣ ਲੱਗਾ ਵੀ ਇਹ ਪੈਸੇ ਵੀ ਲੈ ਜਾ 100 ਰੁਪਈਆ ਤੇ ਆਪਣਾ ਲਾਲ ਵੀ ਲੈ ਜਾ। ਹੁਣ ਮਰਦਾਨਾ ਕਹਿੰਦਾ ਮੈਂ ਨਹੀਂ ਲੈਣੇ, ਸ਼ਾਹੂਕਾਰ ਕਹਿੰਦਾ ਵੀ ਮੈਂ ਦੇਣੇ ਨੇ। ਉਹਦੇ ਤੇ ਲਿਖਿਆ ਸੀ ਕਿਹੜਾ ਦਰਸ਼ਨ ਕਰੇ ਉਹ 100 ਰੁਪਈਆ ਦਵੇ। ਅੱਜ ਦਾ ਟਾਈਮ ਹੁੰਦਾ ਤਾਂ ਅਗਲਾ ਕਹਿੰਦਾ 100 ਤੇ ਬਚਦਾ ਹੈ ਤੇ ਬਚਾਓ। ਜੇ ਅੱਜ ਦਾ ਵਕਤ ਹੁੰਦਾ ਤੇ ਸਾਲਸਰਾਏ ਜੌਹਰੀ ਨੇ ਕਹਿਣਾ ਸੀ ਚਲੋ ਕੋਈ ਗੱਲ ਨਹੀਂ, ਆਪਣਾ 100 ਰੁਪਈਆ ਹੌਲੀ ਜੀ ਰੱਖ ਲੈਣਾ ਸੀ ਵੀ ਚਲੋ ਬਚਦਾ ਹੈ ਤੇ ਠੀਕ ਹੈ। ਹਾਂਜੀ। ਦੋਨੋਂ ਵਸਤ ਲਿਏ ਹਰ ਖਾਵਾ, ਨਗਰ ਵਹਿਰ ਮਰਦਾਨਾ ਆਵਾ। ਹੁਣ ਮਰਦਾਨੇ ਕੋਲ ਦੋਨੋਂ ਚੀਜ਼ਾਂ ਨੇ, ਲਾਲ ਵੀ ਹੈ ਤੇ 100 ਰੁਪਈਆ ਵੀ ਹੈ, ਤੇ ਖੁਸ਼ ਵੀ ਬੜਾ ਮਰਦਾਨਾ ਵੀ ਮਾਲ ਵੀ ਵਾਪਸ ਆ ਗਿਆ, ਨਾਲ ਪੈਸੇ ਵੀ ਆ ਗਏ, ਤੇ ਜਾ ਕੇ ਬਾਬੇ ਨਾਨਕ ਨੂੰ ਦੱਸਦਾ। ਹਾਂਜੀ। ਸ਼੍ਰੀ ਪ੍ਰਭ ਜੀ ਧਨ ਭੀ ਪੁਨ ਲਾਲਾ, ਮੁਝੈ ਦੀਨ ਕਹਿ ਬਚਨ ਰਸਾਲਾ। ਕਹਿਣ ਲੱਗਾ ਜੀ ਸ਼ਾਹੂਕਾਰ ਨੇ ਦੋਵੇਂ ਚੀਜ਼ਾਂ ਬੜੀ ਖੁਸ਼ੀ ਨਾਲ ਮੋੜੀਆਂ ਨੇ, ਤੇ ਕੋਈ ਉਹਨੇ ਕੋਈ ਗਿਲਾ ਸ਼ਿਕਵਾ ਵੀ ਨਹੀਂ ਕੀਤਾ। ਉਹਦਾ ਮਤਲਬ ਇਹ ਸੀ ਕਿ ਬਾਬਾ ਇਹ ਨਾ ਕਵੇ ਵੀ 100 ਰੁਪਈਆ ਫਿਰ ਮੋੜ ਕੇ ਆ। ਉਹਨੇ ਉਹ ਜਿਹੜੀ ਉਹ ਗੱਲ ਸੀ ਉਹ ਵੀ ਪਹਿਲਾਂ ਕਹਿ ਦਿੱਤੀ ਵੀ ਕਿਤੇ ਬਾਬਾ ਕਵੇ ਵੀ ਦੁਕਾਨਦਾਰ ਗੁੱਸੇ ਤੇ ਨਹੀਂ ਸੀ, ਕੋਈ ਤੇਰੇ ਨਾਲ ਔਖਾ ਭਾਰਾ ਤੇ ਨਹੀਂ ਬੋਲਿਆ। ਕਹਿੰਦਾ ਨਹੀਂ ਜੀ, ਉਹਨੇ ਬੜੇ ਰਸਾਲੇ ਰਸ ਵਾਲੇ ਬੜੇ ਮਿੱਠੇ ਸ਼ਬਦ ਵੀ ਬੋਲੇ ਨੇ, ਤੇ ਲਾਲ ਵੀ ਦੇ ਦਿੱਤਾ, 100 ਰੁਪਈਆ ਵੀ ਦੇ ਦਿੱਤਾ। ਜਸ ਆਇਸ ਦੇਹੁ ਤਸ ਅਬ ਕਰਹੂੰ, ਥਕਤ ਭਇਓ ਮੈਂ ਬਹੁਰ ਨ ਫਿਰਹੂੰ। ਕਹਿਣ ਲੱਗਾ ਜੀ ਹੁਣ ਹੁਕਮ ਕਰੋ, ਮੈਂ ਤੇ ਬਹੁਤ ਥੱਕ ਗਿਆ, ਤੁਰਿਆ ਤੇ ਮੇਰੇ ਤੋਂ ਪਹਿਲਾਂ ਹੀ ਨਹੀਂ ਸੀ ਜਾਂਦਾ, ਤੇ 4 ਗੇੜੇ ਹੁਣ ਮੇਰੇ ਤੁਸੀਂ ਲਵਾ ਦਿੱਤੇ ਨੇ। ਹਾਂਜੀ। ਸ਼੍ਰੀ ਗੁਰ ਕਹੇ ਲਾਲ ਨਿਜ ਲੀਜੈ, ਧਨ ਜੇ ਕੋ ਤਿਸ ਹੀ ਕੋ ਦੀਜੈ। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਲਾਲ ਤੇ ਰੱਖ ਲੈ, ਇਹ ਤੇ ਗੱਲ ਸਮਝ ਆਉਂਦੀ ਹੈ, ਪਰ ਪੈਸੇ ਨਾ ਰੱਖ, ਪੈਸੇ ਉਹਦੇ ਨੇ, ਪੈਸੇ ਉਹਨੂੰ ਹੀ ਦੇਣੇ ਬਣ ਆਉਂਦੇ ਨੇ। ਇਹ ਮੋੜ ਕੇ ਆ, ਵਾਪਸ ਕਰਕੇ ਆ। ਵੇਚੈ ਲਾਲ ਲਿਹੈ ਧਨ ਸੇਈ, ਨਹਿ ਵੇਚੈ ਤੇ ਕੈਸੇ ਲਈ। ਸਤਿਗੁਰੂ ਕਹਿਣ ਲੱਗੇ ਵੀ ਜੇ ਆਪਾਂ ਲਾਲ ਵੇਚਦੇ ਤੇ ਦੋਵੇਂ ਚੀਜ਼ਾਂ ਲੈ ਲੈਂਦੇ, ਦਰਸ਼ਨ ਭੇਟ ਵੀ ਲੈ ਲੈਂਦੇ ਤੇ ਕੀਮਤ ਵੀ ਲੈ ਲੈਂਦੇ। ਵੀ ਜਦੋਂ ਆਪਾਂ ਵੇਚ ਹੀ ਨਹੀਂ ਰਹੇ ਤੇ ਫਿਰ 100 ਰੁਪਈਆ ਰੱਖਣਾ ਸਾਡਾ ਧਰਮ ਨਹੀਂ ਬਣਦਾ। ਪੁਨ ਮਰਦਾਨਾ ਲੈ ਕਰ ਗਇਓ, ਸ਼ਾਹ ਨਾ ਲੇਤ ਕਹਿਤ ਬਚ ਭਇਓ। ਭਾਈ ਮਰਦਾਨਾ ਗਿਆ ਫਿਰ ਵਾਪਸ, ਕਹਿੰਦਾ ਸ਼ਾਹੂਕਾਰ ਜੀ ਪੈਸੇ ਲੈ ਲਓ। ਉਹ ਆਖੇ ਮੈਂ ਲੈਣੇ ਨਹੀਂ, ਇਹ ਆਖੇ ਮੇਰਾ ਮਾਲਕ ਕਹਿੰਦਾ ਵੀ ਤੂੰ ਰੱਖਣੇ ਨਹੀਂ, ਮੈਂ ਮੋੜਨੇ ਨੇ। ਹੁਣ ਕਿੰਨੇ ਸਤਜੁਗ ਦੀਆਂ ਗੱਲਾਂ ਨੇ। ਨਹੀਂ ਤੇ ਪੈਸੇ ਕਿਹਨੂੰ ਮਾੜੇ ਲੱਗਦੇ ਨੇ? ਪੈਸੇ ਵੀ ਕਦੇ ਕਿਸੇ ਨੂੰ ਮਾੜੇ ਲੱਗਦੇ ਨੇ? ਪੈਸੇ ਵੀ ਕੋਈ ਛੱਡਦਾ? ਮਰਦਾਨਾ ਕਹਿੰਦਾ ਵੀ ਮੇਰਾ ਮਾਲਕ ਕਹਿੰਦਾ ਰੱਖਣੇ ਨਹੀਂ, ਤੇ ਸ਼ਾਹੂਕਾਰ ਅੱਗੋਂ ਕਹਿੰਦਾ ਵੀ ਰੱਖਣੇ ਮੈਂ ਵੀ ਨਹੀਂ। ਮੈਂ ਲਾਲ ਦੇ ਉੱਤੇ ਲਿਖਿਆ ਪੜਿਆ ਸੀ ਵੀ ਜਿਹੜਾ ਮੇਰੇ ਦਰਸ਼ਨ ਕਰੇ ਉਹ 100 ਰੁਪਈਆ ਦਵੇ। ਮੈਂ ਦੇ ਦਿੱਤਾ, ਮੇਰਾ ਧਰਮ ਸੀ, ਮੈਂ ਦਿੱਤਾ, ਇਸ ਕਰਕੇ ਤੁਸੀਂ ਲੈ ਜਾਓ। ਲਿਖਾ ਲਾਲ ਪਰ ਸੋ ਹਮ ਦੀਨੋ, ਧਰਮ ਆਪਣਾ ਰਾਖਣ ਕੀਨੋ। ਮੈਂ ਆਪਣਾ ਧਰਮ ਰੱਖਿਆ, ਮੈਂ ਲਾਲ ਦੇ ਉੱਤੇ ਜੋ ਲਿਖਿਆ ਸੀ ਉਹ ਪੜ੍ਹਿਆ ਤੇ ਮੈਂ ਉਹੀ ਕੀਤਾ। ਲੇਹੂ ਹਟਾਏ ਧਰਮ ਮਮ ਜਾਈ, ਐਸੀ ਬਾਤ ਨਾ ਕਰੋ ਕਦਾਈ। ਉਹ ਜਿਹੜਾ ਸ਼ਾਹੂਕਾਰ ਸੀ ਸਾਲਸਰਾਏ ਕਹਿਣ ਲੱਗਾ ਮੈਂ ਆਪਣਾ ਧਰਮ ਨਹੀਂ ਗਵਾਵਾਂਗਾ 100 ਰੁਪਏ ਪਿੱਛੇ, ਨਹੀਂ ਮੈਂ ਨਹੀਂ ਗਵਾਵਾਂਗਾ। ਮੈਂ 100 ਰੁਪਈਆ ਦੇ ਦਿੱਤਾ, ਦਰਸ਼ਨ ਭੇਟ ਤੇ ਦੇ ਦਿੱਤੀ, ਵਾਪਸ ਨਹੀਂ ਲਵਾਂਗਾ। ਦਰਬ ਤੁਮਾਰਾ ਕਰੋ ਜੋ ਪਾਵਾ, ਸੁਣ ਕਰ ਮਰਦਾਨਾ ਪੁਨ ਆਵਾ। ਕਹਿਣ ਲੱਗਾ ਵੀ ਲਾਲ ਵੀ ਤੁਹਾਡਾ ਹੈ ਤੇ 100 ਰੁਪਈਆ ਵੀ ਤੁਹਾਡਾ ਹੈ, ਜਾਓ ਜੋ ਮਰਜ਼ੀ ਕਰੋ। ਹਾਂਜੀ। ਸ਼੍ਰੀ ਨਾਨਕ ਰਾਖੈ ਨਹੀਂ, ਲੈ ਨਾ ਜਹੁਰੀ ਸੋਏ। ਸ਼੍ਰੀ ਨਾਨਕ ਰਾਖੈ ਨਹੀਂ, ਲੈ ਨਾ ਜੋਹਰੀ ਸੋਏ। ਗੁਰੂ ਨਾਨਕ 100 ਰੁਪਈਆ ਰੱਖਦੇ ਨਹੀਂ,
ਤੇ ਸਾਲਸਰਾਏ ਜੌਹਰੀ ਵਾਪਸ ਨਹੀਂ ਲੈਂਦਾ। ਬੜੀ ਕਸ਼ਮਕਸ਼ ਹੋ ਗਈ। ਹਾਂਜੀ। ਸਪਤ ਵਾਰ ਫਿਰ ਪੁਨੈ ਪੁਨ ਸ਼ਰਮ ਸੋ ਵਿਆਕੁਲ ਹੋਏ। 7 ਗੇੜੇ ਲੱਗੇ ਭਾਈ ਮਰਦਾਨੇ ਦੇ। 7 ਵਾਰੀ ਪੈਸੇ ਮੋੜਨ ਦੀ ਕੋਸ਼ਿਸ਼ ਕੀਤੀ, ਉਹਨੇ 7 ਵਾਰੀ ਰੱਖੜ ਤੋਂ ਮਨਾ ਕੀਤਾ। ਹਾਂਜੀ। ਏਕ ਸ਼ੁਦਾ ਦੂਜੇ ਸ਼ਰਮ ਭਾਰਾ ਖਿਜਿਓ ਰਿਦੇ ਧਨ ਤਹਿ ਗ੍ਰਹਿ ਡਾਰਾ। ਇੱਕ ਭੁੱਖ ਲੱਗੀ, ਇੱਕ ਫਿਰਦਿਆਂ ਫਿਰਦਿਆਂ ਥਕੇਵਾ ਹੋ ਗਿਆ, ਥੱਕ ਗਿਆ ਭਾਈ ਮਰਦਾਨਾ। 7 ਫੇਰੇ ਉਹਨੂੰ ਫਿਰਨਾ ਪਿਆ, ਆਉਣਾ ਜਾਣਾ ਪਿਆ। ਹਾਂਜੀ। ਸ਼ਾਹ ਤਬੇ ਮਨ ਮਾਹੇ ਵਿਚਾਰਾ ਇਹ ਅਦਭੁਤ ਬਹੁ ਲਾਲ ਨਿਹਾਰਾ। ਹੁਣ ਜਿਹੜਾ ਸ਼ਾਹੂਕਾਰ ਹੈ ਉਹਨੇ ਅਖੀਰ ਕੀ ਸੋਚਿਆ, ਉਹਦੇ ਮਨ ਵਿੱਚ ਹੁਣ ਕੀ ਗੱਲ ਆਉਂਦੀ। ਕਹਿਣ ਲੱਗਾ, ਸ਼ਾਹ ਤਬੇ ਮਨ ਮਾਹੇ ਵਿਚਾਰਾ ਇਹ ਅਦਭੁਤ ਬਹੁ ਲਾਲ ਨਿਹਾਰਾ। ਕਹਿਣ ਲੱਗਾ, ਮੈਂ ਆਪਣੀ ਜ਼ਿੰਦਗੀ 'ਚ ਬਹੁਤ ਹੀਰੇ ਮੋਤੀ ਖਰੀਦੇ ਵੇਚੇ, ਮੇਰੇ ਤਜੋਰੀ ਖਜ਼ਾਨੇ ਵਿੱਚ ਵੀ ਹੈਗੇ ਨੇ, ਪਰ ਐਸਾ ਲਾਲ ਤੇ ਮੈਂ ਕਦੇ ਧਰਤੀ ਤੇ ਵੇਖਿਆ ਹੀ ਨਹੀਂ। ਪਹਿਲੀ ਵਾਰੀ ਹੈ ਕਿ ਜਿਹਦੇ ਉੱਤੇ ਲਿਖਿਆ ਹੋਵੇ ਵੀ ਮੇਰੀ ਦਰਸ਼ਨ ਭੇਟ 100 ਰੁਪਈਆ। ਹਾਂਜੀ। ਬਹੁਰੋ ਲਾਲ ਜਿਨੈ ਕੇ ਪਾਸੂ ਸੋ ਨਹਿ ਲੇਵਤ ਹੈ ਧਨ ਰਾਸੂ। ਕਹਿਣ ਲੱਗਾ, ਚਲੋ ਪੱਥਰ ਤੇ ਕੀਮਤੀ ਹੋਇਆ, ਮੈਂ ਬੰਦੇ ਦਾ ਪਤਾ ਕਰਾਂ ਵੀ ਇਹ ਬੰਦਾ ਕੌਣ ਹੈ, ਵੀ ਮੈਂ 100 ਰੁਪਈਆ ਨਾਲ ਦੇਣਾ। ਤੇ ਅਗਲਾ ਕਹਿੰਦਾ ਵੀ ਚਲੋ ਠੀਕ ਹੈ ਜੀ, ਦਿੰਦਾ ਦੇ ਸ਼ਾਹੂਕਾਰ ਤੇ ਦੇਈ ਜਾਵੇ, ਮਾਇਆ ਤੇ ਆਉਂਦੀ ਕਿਸੇ ਨੂੰ ਮਾੜੀ ਨਹੀਂ ਲੱਗਦੀ। ਹੁਣ ਉਹਦੇ ਮਨ ਵਿੱਚ ਸਵਾਲ ਆਉਂਦਾ ਹੈ ਵੀ ਮੈਂ ਜਾ ਕੇ ਉਹ ਬੰਦੇ ਦਾ ਤੇ ਪਤਾ ਕਰਾਂ, ਏਡੇ ਕੀਮਤੀ ਲਾਲ ਦਾ ਕੌਣ ਮਾਲਕ ਹੈ ਜਿਹੜਾ 100 ਰੁਪਈਆ ਦਰਸ਼ਨ ਭੇਟ ਰੱਖਣ ਨੂੰ ਤਿਆਰ ਹੀ ਨਹੀਂ ਹੈ। 7 ਗੇੜੇ ਆਪਣੇ ਸੇਵਾਦਾਰ ਦੇ ਮਰਵਾ ਦਿੱਤੇ ਨੇ। ਹਾਂਜੀ। ਤਿਨ ਕੋ ਦਰਸ਼ਨ ਚਾਹੀਐ ਕਰਨੋ ਹੈ ਸ਼ੁਭ ਕੀਨ ਲੋਭ ਜਿਨ ਹਰਨੋ। ਕਹਿਣ ਲੱਗਾ, ਨਹੀਂ, ਮੈਨੂੰ ਉਹਦੇ ਜਾ ਕੇ ਦਰਸ਼ਨ ਕਰਨੇ ਚਾਹੀਦੇ। ਹੋ ਸਕਦਾ ਹੈ ਉਹਦੇ ਦਰਸ਼ਨ ਕਰਨ ਨਾਲ ਮੇਰਾ ਲੋਭ ਹੀ ਖਤਮ ਹੋ ਜਾਏ, ਲਾਲਚੀ ਜ਼ਿੰਦਗੀ ਦਾ ਖਤਮ ਹੋ ਜਾਏ। ਇਹ ਜਿਹੜੀ ਅਸੀਂ ਸਟੋਰੇਜ ਕਰਦੇ ਆ ਨਾ, ਇਹਦਾ ਜਿਹੜਾ ਆਧਾਰ ਉਹ ਲਾਲਚ ਹੈ। ਨਹੀਂ ਤਾਂ ਲੋੜ ਕੀ ਹੈ, ਸਮਾਨ ਇਕੱਠਾ ਕਰਨ ਦੀ ਕੀ ਲੋੜ ਹੈ? ਲਾਲਚ ਹੈ, ਬਸ ਇਕੱਠਾ ਕਰੀ ਤੁਰੇ ਆਉਨੇ, ਅਸੀਂ ਕਰੀ ਤੁਰੇ ਆਉਨੇ ਆ। ਔਰ ਇਹ ਵੀ ਚੇਤਾ ਰੱਖਣਾ, 84 ਲੱਖ ਜੂਨੀ ਦੇ ਵਿੱਚ ਸਿਰਫ ਇੱਕ ਬੰਦਾ ਜੇ ਜਿਹੜਾ ਸਟੋਰੇਜ ਕਰਦਾ ਜੀ। ਨਾ ਕੀੜੀਆਂ ਕਰਦੀਆਂ ਜੇ, ਨਾ ਕੋਈ ਪੰਛੀ ਕਰਦਾ ਜੇ, ਨਾ ਕੋਈ ਜਾਨਵਰ ਕਰਦਾ ਜੇ। ਸਿਰਫ ਇੱਕ ਬੰਦਾ ਹੈ ਜਿਹਨੂੰ ਇੰਨਾ ਲਾਲਚ ਹੈ ਔਰ ਇੰਨਾ ਸਟੋਰੇਜ ਕਰਦਾ ਵੀ ਸ਼ਾਇਦ ਉਹ ਨਾ ਕਰੇ ਤੇ ਲੱਖਾਂ ਕਰੋੜਾਂ ਲੋਕਾਂ ਦਾ ਢਿੱਡ ਭਰ ਸਕਦਾ ਹੈ, ਲੱਖਾਂ ਕਰੋੜਾਂ ਲੋਕਾਂ ਦਾ। ਅੱਜ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।